ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਬਹੁਤ ਹੋਈ ਤਾਰੀਖ ਤੇ ਤਾਰੀਖ, ਯਾਨੀ ਕਿ ਕਈ ਵਾਰ ਅਦਾਲਤਾਂ ਦੇ ਵਿੱਚ ਕਈ ਸਾਲ ਤੱਕ ਕੇਸ ਚੱਲਦੇ ਰਹਿੰਦੇ ਨੇ, ਪਰ ਇਹ ਕੇਸ ਜਦ ਤੱਕ ਖਤਮ ਹੁੰਦੇ ਨੇ ਉਦੋਂ ਤੱਕ ਜਿਸ ਨੂੰ ਇਨਸਾਫ ਚਾਹੀਦਾ ਉਹ ਸ਼ਾਇਦ ਰੱਬ ਨੂੰ ਵੀ ਪਿਆਰਾ ਹੋ ਜਾਂਦਾ ਹੈ। ਤੇ ਇਸੇ ਨੂੰ ਦੇਖਦਿਆਂ ਹੋਇਆ ਸੁਪਰੀਮ ਕੋਰਟ ਵੀ ਇਸ ਉੱਤੇ ਬਹੁਤ ਸਖਤ ਹੋਇਆ ਤੇ ਉਸਨੇ ਇਹ ਵੀ ਆਦੇਸ਼ ਦਿੱਤੇ ਨੇ ਕਿ ਜਿਨ੍ਹਾਂ ਮਾਮਲੇ ਨੂੰ 5 ਸਾਲ ਤੋਂ ਉੱਪਰ ਹੋ ਚੁੱਕੇ ਨੇ ਅਦਾਲਤਾਂ ਦੇ ਵਿੱਚ, ਲੋਕਾਂ ਨੂੰ ਚੱਕਰ ਕੱਢਦਿਆਂ ਹੋਇਆ ਉਹਨਾਂ ਮਾਮਲਿਆਂ ਦੇ ਲਈ ਕਮੇਟੀਆਂ ਬਣਾਈਆਂ ਜਾਣ ਤੇ ਜਲਦ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਕਿ ਕਾਨੂੰਨ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿਹੜਾ ਬਣਿਆ ਰਹੇ। ਕੀ ਤੁਹਾਨੂੰ ਇਹ ਪਤਾ ਹੈ ਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਇਸ ਵੇਲੇ 5 ਕਰੋੜ ਦੇ ਕਰੀਬ ਜਿਹੜੇ ਮਾਮਲੇ ਨੇ ਉਹ ਪੈਂਡਿੰਗ ਨੇ ਤੇ ਕਈ ਲੋਕ ਇਸ ਵੇਲੇ ਅਦਾਲਤਾਂ ਦੇ ਚੱਕਰ ਕੱਢਦੇ ਥੱਕ ਵੀ ਚੁੱਕੇ ਨੇ ਤੇ ਸਬਰ ਦਾ ਬੰਨ ਟੁੱਟ ਚੁੱਕਿਆ। ਸੁਪਰੀਮ ਕੋਰਟ ਨੇ ਕਿਹੜੀਆਂ ਗਾਈਡਲਾਈਨਸ ਦਿੱਤੇ ਨੇ ਉਹ ਵੀ ਸੁਣਦੇ ਤੇ ਖਾਸ ਰਿਪੋਰਟ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਭਾਰਤੀ ਅਦਾਲਤਾਂ ਦੇ ਵਿੱਚ ਕਿੰਨੇ ਕੋਰਟ ਕੇਸਿਸ ਜਿਹੜੇ ਅਜੇ ਵੀ ਪੈਂਡਿੰਗ ਪਏ ਨੇ। ਖਾਸ ਰਿਪੋਰਟ ਤੇ ਬਾਅਦ ਵਿੱਚ ਇਸ ਉੱਤੇ ਚਰਚਾ ਜਾਰੀ ਰਹੇਗੀ। ਤੁਹਾਡੇ ਨਾਲ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਾਰੀ ਰਹੇਗਾ। ਤਾਰੀਖ ਤੇ ਤਾਰੀਖ ਆਪਣੀ ਵਾਰੀ ਦੀ ਉਡੀਕ ਕਰਦਿਆਂ, ਇਨਸਾਫ ਦਾ ਇੰਤਜ਼ਾਰ ਕਰਦਿਆਂ ਇਨਸਾਨ ਦੀ ਹਿੰਮਤ ਸਬਰ ਖਤਮ ਹੋ ਜਾਂਦਾ ਹੈ। ਕਈ ਵਾਰ ਤਾਂ ਜਦ ਉਸ ਇਨਸਾਨ ਦੀ ਵਾਰੀ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਵੀ ਹੋ ਚੁੱਕੀ ਹੁੰਦੀ ਹੈ। ਭਾਰਤੀ ਅਦਾਲਤਾਂ ਦੇ ਵਿੱਚ ਲੰਬੀਆਂ ਪੀੜਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਇਨਸਾਫ ਦੇ ਵਿੱਚ ਲੱਗਦੀ ਦੇਰੀ ਦੇ ਕਾਰਨ ਦੇਸ਼ ਦੀ 6% ਆਬਾਦੀ ਮੁਕੱਦਮੇਬਾਜ਼ੀ ਤੋਂ ਪ੍ਰਭਾਵਿਤ ਹੈ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਇਨਸਾਫ ਦੇ ਵਿੱਚ ਲੱਗਦੀ ਦੇਰੀ ਉਹਨਾਂ ਦੀ ਹਿੰਮਤ ਵੀ ਕਈ ਵਾਰ ਤੋੜ ਕੇ ਰੱਖ ਦਿੰਦੀ ਹੈ। ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਕੇਸਾਂ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਨੇ ਤੇਜ਼ੀ ਦੇ ਨਾਲ ਇਹਨਾਂ ਮਾਮਲਿਆਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਲਈ ਕਈ ਨਿਰਦੇਸ਼ ਜਾਰੀ ਕੀਤੇ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਜਲਦ ਕਈ ਸਾਲ ਤੋਂ ਲਟਕ ਰਹੇ ਕੇਸਾਂ ਦਾ ਜਲਦ ਸੁਣਵਾਈ ਹੋਵੇ ਤੇ ਕਮੇਟੀਆਂ ਬਣਾ ਕੇ ਵੀ ਇਸ ਦਾ ਨਿਪਟਾਰਾ ਕੀਤਾ ਜਾਵੇ। ਭਾਰਤੀ ਅਦਾਲਤਾਂ ਦੇ ਵਿੱਚ ਬਕਾਇਆ ਮਾਮਲਿਆਂ ਦਾ ਅੰਕੜਾ ਕੀ ਕਹਿੰਦਾ ਹੈ? ਅਕਤੂਬਰ ਤੱਕ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਇਸ ਦੀ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਬਕਾਇਆ ਮਾਮਲਿਆਂ ਦੀ ਗਿਣਤੀ 4 ਕਰੋੜ ਤੋਂ ਵੀ ਉੱਤੇ। ਇਸੇ ਤਰ੍ਹਾਂ ਹਾਈ ਕੋਰਟ ਦੇ ਵਿੱਚ 61 ਲੱਖ ਤੋਂ ਵੱਧ ਕੇਸ ਪੈਂਡਿੰਗ ਪਏ ਨੇ। ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਇਸ ਦੀ ਗਿਣਤੀ 78,000 ਤੋਂ ਵੀ ਵੱਧ ਹੈ। ਭਾਰਤੀ ਹਾਈ ਕੋਰਟ ਦੀ ਗੱਲ ਕਰੀਏ ਤਾਂ ਇੱਥੋਂ ਦੇ ਬਕਾਇਆ ਮਾਮਲਿਆਂ ਦੀ ਗਿਣਤੀ ਜਿਨ੍ਹਾਂ ਨੂੰ 1 ਸਾਲ ਹੋਇਆ ਉਹਨਾਂ ਦੀ ਗਿਣਤੀ 16,75,850 ਦੇ ਕਰੀਬ ਹੈ। ਜੇਕਰ 3 ਸਾਲ ਤੋਂ ਪਏ ਬਕਾਇਆ ਮਾਮਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ 8,29,066 ਹੈ ਤੇ ਜੇਕਰ 30,000 ਤੋਂ ਲੰਬੇ ਮਾਮਲੇ ਦਸੀਏ ਜਿਨ੍ਹਾਂ ਨੂੰ 30 ਸਾਲ ਹੋ ਗਿਆ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਦਿਆਂ ਹੋਇਆਂ, ਇਸ ਦੀ ਗਿਣਤੀ 70,780 ਹੈ। ਯਾਨੀ ਕਿ ਕੁੱਲ ਮਿਲਾ ਕੇ ਭਾਰਤੀ ਹਾਈ ਕੋਰਟ ਦੇ ਵਿੱਚ ਹੁਣ ਤੱਕ 61,62,446 ਮਾਮਲੇ ਇਸ ਵੇਲੇ ਬਕਾਇਆ ਚੱਲ ਰਹੇ ਨੇ। ਤੇ ਜੇਕਰ ਭਾਰਤੀ ਜ਼ਿਲ੍ਹਾ ਅਦਾਲਤਾਂ ਦੀ ਗੱਲ ਕਰੀਏ ਜਿੱਥੇ ਬਕਾਇਆ ਕੇਸਾਂ ਦੀ ਗਿਣਤੀ ਜਿਨ੍ਹਾਂ ਨੂੰ 1 ਸਾਲ ਹੋ ਚੁੱਕਿਆ ਹੈ ਉਸ ਦੀ ਗਿਣਤੀ 1,75,14,011 ਹੈ ਤੇ 30 ਸਾਲਾਂ ਤੋਂ ਚੱਲਦੇ ਮਾਮਲੇ ਜਿਨ੍ਹਾਂ ਦੀ ਗਿਣਤੀ 95,277 ਹੈ। ਕੁੱਲ ਮਿਲਾ ਕੇ ਭਾਰਤੀ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਇਸ ਵੇਲੇ 4,45,69,923 ਮਾਮਲੇ ਅਜੇ ਬਕਾਇਆ ਚੱਲ ਰਹੇ ਨੇ। ਤੇ ਜੇਕਰ ਪੰਜਾਬ ਦੇ ਇਹਨਾਂ ਬਕਾਇਆ ਮਾਮਲਿਆਂ ਦੀ ਗੱਲ ਕਰੀਏ ਤਾਂ 1 ਸਾਲ ਤੋਂ 5,03,001 ਮਾਮਲਾ ਜਿਹੜਾ ਕਿ ਅਜੇ ਪੈਂਡਿੰਗ ਪਿਆ ਤੇ ਜੇਕਰ 30 ਸਾਲਾਂ ਤੋਂ ਕੋਈ ਮਾਮਲਾ ਚੱਲ ਰਿਹਾ ਤਾਂ ਉਸ ਦੀ ਗਿਣਤੀ 7 ਹੈ। ਯਾਨੀ ਕਿ ਕੁੱਲ ਮਿਲਾ ਕੇ ਹੁਣ ਤੱਕ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ 8,92,605 ਕੇਸ ਅਜੇ ਨੇ ਜਿਨ੍ਹਾਂ ਦੇ ਉੱਤੇ ਅਜੇ ਵੀ ਲੋਕਾਂ ਨੂੰ ਫੈਸਲੇ ਦੀ ਉਡੀਕ ਹੈ। ਲੰਬੀ ਮੁਕੱਦਮੇਬਾਜ਼ੀ ਨਾ ਸਿਰਫ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਲਾਉਂਦੀ ਹੈ ਬਲਕਿ ਅਦਾਲਤਾਂ ਦੇ ਕੁਸ਼ਲ ਕੰਮਕਾਜ ਦੇ ਵਿੱਚ ਵੀ ਰੁਕਾਵਟ ਪਾਉਂਦੀ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਨਿਆਂ ਦੇ ਪਹੀਏ ਨੂੰ ਸਿਰਫ ਘੁੰਮਣਾ ਹੀ ਨਹੀਂ ਚਾਹੀਦਾ ਬਲਕਿ ਉਹਨਾਂ ਨੂੰ ਬਿਨਾਂ ਕਿਸੇ ਰਗੜ ਤੇ ਮੁੜਨਾ ਵੀ ਚਾਹੀਦਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ। ਤਾਰੀਖ ਤਾਂ ਹਮੇਸ਼ਾ ਹਰ ਕਿਸੇ ਨੇ ਦੇਖੀ ਹੈ ਪਰ ਇਨਸਾਫ ਕਦੋਂ ਮਿਲੇਗਾ ਉਸ ਦੀ ਉਡੀਕ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਨੇ। ਯਾਨੀ ਕਿ ਜੇਕਰ 5 ਕਰੋੜ ਦੇ ਕਰੀਬ ਲੋਕ ਇਸ ਵੇਲੇ ਇਨਸਾਫ ਦੀ ਉਡੀਕ ਕਰ ਰਹੇ ਨੇ ਤਾਂ ਕਈ ਸਾਲ ਪੁਰਾਣੇ ਕੇਸ ਵੀ ਇਸ ਵਿੱਚ ਸ਼ਾਮਲ ਹੋਣਗੇ। ਅੱਜ ਦੇ ਸਵਾਲ ਕੀ ਨੇ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਲੈਂਦੇ ਆ ਤੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਿੱਸਾ ਪਾ ਸਕਦੇ ਹੋ ਔਰ ਦੱਸ ਸਕਦੇ ਹੋ ਆਪਣੇ ਸੁਝਾਅ ਜੇਕਰ ਤੁਹਾਡੇ ਕੋਈ ਹੈ ਇਸ ਪ੍ਰੋਗਰਾਮ ਦੇ ਲਈ ਜਾਂ ਫਿਰ ਇਸ ਮੁੱਦੇ ਦੇ ਲਈ। ਸੋ ਇਨਸਾਫ ਦੇ ਵਿੱਚ ਦੇਰੀ ਕਿਉਂ ਹੁੰਦੀ ਉਸ ਦੀ ਅਸਲ ਵਜ੍ਹਾ ਕੀ ਹੈ? ਕਿ ਅਦਾਲਤਾਂ ਦੇ ਵਿੱਚ ਜੱਜਾਂ ਦੀ ਕਮੀ ਦੇ ਕਾਰਨ ਲਟਕਦੇ ਰਹਿੰਦੇ ਨੇ ਕੇਸ? ਕੀ ਕਾਨੂੰਨੀ ਪੇਚੀਦਗੀਆਂ ਵੀ ਇਨਸਾਫ ਦੇ ਵਿੱਚ ਅੜਿੱਕਾ ਬਣਦੀਆਂ ਨੇ? ਸਿਆਸੀ ਪ੍ਰਭਾਵ ਦੇ ਨਾਲ ਵੀ ਕੀ ਅਦਾਲਤੀ ਕੰਮ ਦੇ ਵਿੱਚ ਦੇਰੀ ਹੁੰਦੀ ਹੈ? ਇਨਸਾਫ ਦੇ ਵਿੱਚ ਹੁੰਦੀ ਦੇਰੀ ਪਿੱਛੇ ਅਸਲ ਵਜ੍ਹਾ ਕੀ ਕਾਰਨ ਹੈ ਕਿ ਇੰਨਾ ਸਮਾਂ ਲੱਗ ਜਾਂਦਾ ਹੈ? ਕਈ ਵਾਰੀ 10 ਸਾਲ 30 ਸਾਲ ਬਹੁਤ ਸਾਰੇ ਮਾਮਲੇ ਨੇ ਜਿਹੜੇ ਪੈਂਡਿੰਗ ਇਸ ਵੇਲੇ ਚੱਲ ਰਹੇ ਨੇ ਅਦਾਲਤਾਂ ਦੇ ਵਿੱਚ। ਕਿ ਲੋਕਾਂ ਨੂੰ ਕਾਨੂੰਨ ਦੀ ਸਹੀ ਜਾਣਕਾਰੀ ਨਾ ਹੋਣਾ ਵੀ ਦੇਰੀ ਦਾ ਕਾਰਨ ਹੈ? ਸੋ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਦੇ ਬਾਰੇ ਗੱਲ ਕਰ ਰਹੇ ਹਾਂ।
ਸੋ ਸਾਡੇ ਨਾਲ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ, ਸੋ ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਸੁਪਰੀਮ ਕੋਰਟ ਦੇ ਵਕੀਲ ਕੀਰਤੀ ਆਹੂਜਾ, ਸੋ ਉਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। ਕੀਰਤੀ, ਸਵਾਗਤ ਕਰਨਾ ਚਾਹਾਂਗੇ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। हेलो। हाँ जी कीर्ति जी, स्वागत करना चाहांगे थोड़ा डेली पोस्ट पंजाब हरियाणा हिमाचल ते। हाँ जी, नमस्कार। हाँ जी कीर्ति जी, जिवें कि तुहानूं पता है सुप्रीम कोर्ट ने गाइडलाइनस जारी कर दित्तियां ने, सो पहलां तो तुहानूं ये पुछना चाहांगे, असल इंसाफ दे विच देरी लगदी है, इन्ना समा लग जांदा, बड़े साल बीत जांदे ने, सो असल वजह इस पीछे की है? देखिए, इसके पीछे बहुत सारे कारण होते हैं। एक तो ये कि हमारे देश में जो पेंडिंग केसेस हैं उसकी अगर आप नंबर देखें और जो जितने जजेस हैं हमारे देश में उसके साथ अगर आप कंपेयर करें तो केसेस की पेंडेंसी नंबर ऑफ जजेस से बहुत ज्यादा है। इस वजह से एक कोर्ट के सामने, मैं खुद कोर्ट में प्रैक्टिस करती हूँ इसलिए मैं आपको प्रैक्टिकली बता रही हूँ कि चाहे आप लोअर कोर्ट की बात करें चाहे आप हाई कोर्ट की बात करें, एक जज के पास एक दिन में मोर देन 100 केसेस होते हैं। तो ऐसे में एक जज कितने केसेस निपटा सकता है, ये एक बहुत बड़ी प्रॉब्लम है। सेकेंडली, बहुत सारे केसेस में जब एडजर्नमेंट्स ली जाती हैं, यानी कि कोई आपका केस कोर्ट में लगा है और किसी कारणवश कोई भी पार्टी का वकील अगर डेट लेता है तो ये भी एक सबसे बड़ा कारण होता है कि केसेस जो है वो प्रोलॉन्ग होते जाते हैं बिकॉज ऑफ एडजर्नमेंट्स। बहुत सारी डेट्स पे डेट्स, जैसे कहते हैं ना कि आपने सुना भी होगा पिक्चर में जो डायलॉग है तारीख पर तारीख, वो एक्चुअल में होता है कोर्ट में कि तारीख पर तारीख पड़ती है। और जैसा कि अभी ऑनरेबल सुप्रीम कोर्ट ने भी इस जजमेंट में कहा है कि 43 इयर्स हो गए इस केस को और अभी तक इस केस पे फाइनल निर्णय नहीं आया है। एंड आई मस्ट टेल यू, ये सिर्फ एक केस नहीं है, ऐसे लाखों केसेस हैं जो कि सालों से पेंडिंग पड़े हुए हैं और उसमें भी तारीख पर तारीख पड़ रही है। तो इसके पीछे बहुत सारे जो कारण हैं वो खुद ऑनरेबल सुप्रीम कोर्ट ने भी डिस्कस किए हैं और उन कारणों का जो उपाय है यानी उसका जो सॉल्यूशन है उसके लिए ऑनरेबल सुप्रीम कोर्ट ने गाइडलाइंस भी दी। बिल्कुल। कीर्ति, थोड़े वालों समझना चाहांगे, तुसीं जੱਜਾਂ ਦੀ ਗਿਣਤੀ ਦੀ ਗੱਲ ਕੀਤੀ, ਬਹੁਤ ਘੱਟ ਹੈ ਜਿੰਨੇ ਜੱਜ ਹੋਣੇ ਚਾਹੀਦੇ ਸੀ। ਕਈ ਵਾਰੀ ਤਾਂ ਅਸਾਮੀਆਂ ਯਾਨੀ ਕਿ ਉਹ ਸੀਟਾਂ ਕੁਰਸੀਆਂ ਭਰੀਆਂ ਹੀ ਨਹੀਂ ਜਾਂਦੀਆਂ। ਭਾਰਤ ਦੇ ਵਿੱਚ 10 ਲੱਖ ਦੇ ਪਿੱਛੇ 14 ਜੱਜ ਨੇ। ਜੇਕਰ ਇਹੋ ਗੱਲ ਬਾਹਰਲੇ ਮੁਲਕਾਂ ਦੀ ਕਰੀਏ, ਵਿਦੇਸ਼ਾਂ ਦੀ ਕਰੀਏ, ਤਾਂ ਯੂਰਪ ਦੇ ਵਿੱਚ 10 ਲੱਖ ਦੇ ਪਿੱਛੇ 210 ਤੇ ਅਮਰੀਕਾ ਦੇ ਵਿੱਚ 150 ਜੱਜ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਗਿਣਤੀ ਬਹੁਤ ਘੱਟ ਹੈ ਤਾਂ ਇਨਸਾਫ ਕਿਵੇਂ ਮਿਲੇਗਾ ਜੇ ਇੱਕ ਜੱਜ ਕੋਲ 100 ਤੋਂ ਵੱਧ ਹੀਅਰਿੰਗ हर रोज होवे? बिल्कुल बिल्कुल, आपने बिल्कुल सही कहा है। आप खुद ही कंपैरिजन कीजिए कि अगर इतने कम जजेस पर इतने ज्यादा केसेस पेंडिंग हैं तो कैसे निपटारा हो सकता है। आप सोचिए कि एक जज भी एक नॉर्मल इंसान ही है, ही इज ऑल्सो एन ह्यूमन बीइंग। सो एक ह्यूमन बीइंग कितना केसेस को मैनेज कर सकता है, क्या खत्म हो सकती है। और एक केस में आप देखिए कि जब हियरिंग शुरू होती है, जब कोई भी केस कोर्ट में चलता है तो उसमें एविडेंस रिकॉर्ड होता है। एविडेंस रिकॉर्ड का मतलब होता है कि उस समय चीफ एग्जामिनेशन होगा विटनेस का, क्रॉस एग्जामिनेशन होगा। तो अगर आप देखें कि एक केस अगर शुरू होता है किसी दिन तो वो उस दिन पूरा दिन क्रॉस एग्जामिनेशन चल सकती है। तो ऐसे में एक जज तो सिर्फ एक ही केस को निपटा पाया है और वो भी सिर्फ एक विटनेस के लिए। तो कैसे पेंडेंसी खत्म हो सकती है? 100 केसेस लाइन में लगे हैं, आप एक केस में अगर एविडेंस लेते हैं तो बाकी केसेस का एविडेंस नहीं हो सकता है। तो इसीलिए ये बहुत जरूरी है कि जजेस की जो क्वांटिटी है वो बढ़ाई जाए एंड नॉट जस्ट एट द हाई कोर्ट लेवल, लोअर कोर्ट्स में बहुत जरूरी है। लोअर कोर्ट की पेंडेंसी जब कम होगी तभी आगे पेंडेंसी घट सकती है। ठीक है कीर्ति जी, मैं ਤੁਹਾਨੂੰ ਦੱਸਣਾ ਚਾਹਾਂਗੀ ਫੋਨ ਇਨ ਸ਼ੋ ਹੈ, ਕਾਲਿੰਗ ਸ਼ੋ ਹੈ। ਇਸ ਵੇਲੇ ਦਰਸ਼ਕ ਵੀ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਇੰਟਰਰਪਟ ਕਰਨਾ ਚਾਹਾਂਗੇ, ਉਹਨਾਂ ਨੂੰ ਸ਼ਾਮਿਲ ਕਰ ਲੈਣੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। मैं पुत्री नथड़ी तो बोलदा, लाभ सिंह, जिला मलेरकोटला। जी जी लाभ सिंह जी, मैं थोड़ी आवाज़ पहचान ली। की कहना चाਹੁੰਦੇ ਹੋ ਤੁਸੀਂ ਅੱਜ ਦੇ ਵਿਸ਼ੇ ਤੇ? मैं पता ये कहना चाਹੁੰਦਾ, ਦੇਖੋ ਅਦਾਲਤਾਂ ਦੇ ਵਿੱਚ ਕਈ ਵਾਰੀ ਕੇਸ ਚੱਲਦੇ ਨੇ, ਕਈ ਵਾਰੀ ਤਾਂ ਜਿਹੜਾ ਕੇਸ ਕਰਿਆ ਹੁੰਦਾ ਉਹ ਵਿਚਾਰੇ ਮਰ ਜਾਂਦੇ ਨੇ ਬੰਦੇ ਜੀ, ਜਾਂ ਜਿਹਦੇ ਨਾਲ ਕੋਈ ਲੜਾਈ ਝਗੜਾ ਹੁੰਦਾ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ। ਅਗਲਾ ਉਦੋਂ ਪੰਚਾਇਤ ਨੂੰ ਵਧੀਆ ਜਿਹੜਾ ਮੰਨਦਾ ਵੀ ਚਲੋ ਜਿਹੜਾ ਲੈ ਦੇਣ ਕਰਕੇ ਪੈਸੇ ਪੂਸੇ ਦੇ ਕੇ ਇੱਥੇ ਆਪਣੀ ਨਿਪਟਾਰਾ ਹੋ ਜਾਂਦਾ, ਬਹੁਤ ਚੰਗੀ ਗੱਲ ਆ। ਅਦਾਲਤਾਂ ਨੂੰ ਵੀ ਜਾਣੀ ਛੇਤੀ ਛੇਤੀ ਨਿਪਟਾਰੇ ਕਰਨੇ ਚਾਹੀਦੇ ਨੇ। ਕਈ ਹੁਣ ਮੁੰਡੇ ਕੁੜੀਆਂ ਦੇ ਕੇਸ ਚੱਲਦੇ ਨੇ ਤਲਾਕ ਦੇ,
ਉਹਨੂੰ ਫਿਰ ਲੰਬਾ ਲੈ ਜਾਂਦੇ ਨੇ, ਦੋਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ, ਬੱਚੇ ਔਰਤ ਦੀ ਵੀ ਤੇ ਮਰਦ ਦੀ ਵੀ, ਦੋਨਾਂ ਦਾ ਨੁਕਸਾਨ ਹੁੰਦਾ। ਬਈ ਲੰਮੇ ਕੇਸਾਂ ਦੇ ਵਿੱਚ ਬਹੁਤ ਨੁਕਸਾਨ ਝੱਲਣੇ ਪੈਂਦੇ ਨੇ, ਇਸ ਕਰਕੇ ਪੰਚਾਇਤਾਂ ਨੂੰ ਤਰਜੀਹ ਦਿੰਦੇ ਨੇ ਪੇਂਡੂ ਲੋਕ ਜੀ। ਇੰਨਾ ਹੀ ਕਹਿਣਾ ਪੁੱਤ। ਸ਼ੁਕਰੀਆ ਜੀ। ਇੱਕ ਹੋਰ ਕਾਲਰ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਹਾਂਜੀ, ਮੈਂ ਜੀ ਬਟਾਲੇ ਤੋਂ ਬੋਲਦੀ, ਗੁਰਮੀਤ ਕੌਰ। ਹਾਂਜੀ ਗੁਰਮੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਭਾਰਤ ਇੱਕ ਏਡਾ ਮਹਾਨ ਦੇਸ਼, ਜਿਹਦੀ ਸਾਰੇ ਮੁਲਕ ਦੇ ਵਿੱਚ ਇੰਨੀ ਚਰਚਾ ਹੈ ਕਿ ਭਾਰਤ ਕੁਛ ਵੀ ਕਰ ਸਕਦਾ, ਬਿਲਕੁਲ, ਪਰ ਉੱਥੇ ਜੱਜਾਂ ਦੀ ਕਮੀ ਹੋਵੇ, ਇੰਨੀ ਦੇਰ ਕੇਸ ਲਟਕਦੇ ਰਹਿਣ, ਲੋਕੀ ਇੰਤਜ਼ਾਰ ਕਰਦੇ ਰਹਿਣ। ਹੁਣ ਜਿਹੜੀ 84 ਵਿੱਚ ਜਿਹੜਾ ਦੰਗਾ ਹੋਇਆ ਸੀ, ਸੋਚੋ 40 ਸਾਲ ਹੋ ਗਏ ਆ। ਹਾਂਜੀ, ਉਹਦੇ ਚ ਅੱਧੇ ਲੋਕ ਤਾਂ ਮਰ ਵੀ ਗਏ ਹੋਣੇ, ਜਿਨ੍ਹਾਂ ਦੇ ਬੱਚੇ ਜਾਂ ਮਾਂ ਪਿਓ ਹੋਏ ਸੀ। ਜੇ ਉਹਨਾਂ ਨੂੰ ਇਨਸਾਫ ਮਿਲਿਆ, ਕਦੋਂ ਮਿਲਿਆ, ਨਾ ਮਿਲਿਆ, ਨਾ ਦੇ ਬਰਾਬਰ ਹੈ। ਪਰ ਗਵਰਨਮੈਂਟ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ 40 ਸਾਲਾਂ ਵਿੱਚ ਕੀ ਹੋਇਆ ਸੀ, ਕਦੋਂ ਹੋਇਆ, ਕਿਵੇਂ ਹੋਇਆ, ਪਤਾ ਸਾਰਾ ਹੈ। ਦੂਸਰੀ ਗੱਲ ਕਹਿੰਦੇ ਜੱਜਾਂ ਦੀ ਬਹੁਤ ਕਮੀ, ਜੱਜ ਦੀ ਜੇ ਭਰਤੀ ਕਰਨ ਤੇ ਕਿ ਇੱਥੇ ਜੱਜ ਨਹੀਂ ਹੋ ਸਕਦੇ। ਦੂਸਰੀ ਗੱਲ ਇਹ ਹੈ ਕਿ ਜੱਜਾਂ ਦੀ ਲਿਮਿਟ ਰੱਖਣ ਕਿ ਇੱਕ ਜੱਜ ਇੰਨੇ ਕੇਸਾਂ ਦੀ ਰੋਜ਼ ਸੁਣਵਾਈ ਕਰੇ। ਇੱਕ ਜੱਜ ਜਿਹੜੇ ਪਹਿਲੇ ਕੇਸ ਨੇ ਪਹਿਲਾਂ ਉਹਨਾਂ ਦੀ ਨਿਪਟਾਈ ਕੀਤੀ ਜਾਵੇ, ਉਸ ਤੋਂ ਬਾਅਦ ਆਉਂਦੇ ਨੇ ਉਹਨਾਂ ਦੀ ਨਿਪਟਾਈ ਕੀਤੀ ਜਾਵੇ। ਤੇ ਜੱਜਾਂ ਦੀ ਵੱਧ ਤੋਂ ਵੱਧ ਇਹਨਾਂ ਨੂੰ ਚਾਹੀਦੀ ਹੈ ਕਿ ਗਿਣਤੀ ਵਧਾਉਣ, ਨਾ ਕਿ ਲੋਕੀ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਮਿਲਣਾ ਹੈ ਉਹਨਾਂ ਨੂੰ ਰੱਬ ਹੀ ਇਨਸਾਫ ਦੇਣਗੇ ਕਿ ਤੁਹਾਡੇ ਨਾਲ ਕੀ ਹੋ ਗਿਆ। ਅਸੀਂ ਕੁਛ ਨਹੀਂ ਕਰ ਸਕਦੇ ਇਹਦੇ ਬਾਰੇ। ਇੱਕ ਮਹਾਨ ਦੇਸ਼ ਨੂੰ ਮਹਾਨ ਗੱਲਾਂ ਕਰਨੀਆਂ ਚਾਹੀਦੀਆਂ। ਇਹ ਸਰਕਾਰਾਂ ਦੂਜੇ ਦੇਸ਼ਾਂ ਵਿੱਚ ਜਾ ਕੇ ਬਹੁਤ ਕੁਛ ਕਹਿੰਦੀਆਂ ਨੇ, ਅਸੀਂ ਮਸਲੇ ਸੁਲਝਾ ਸਕਦੇ ਹਾਂ, ਅਸੀਂ ਜੰਗ ਬੰਦ ਕਰ ਸਕਦੇ ਹਾਂ, ਪਰ ਜਿਹੜੇ ਇੱਥੇ ਰੋਲਦੇ ਫਿਰਦੇ ਉਹਨਾਂ ਦਾ ਕੁਛ ਨਹੀਂ ਕਰ ਸਕਦੇ। ਜੀ ਬਿਲਕੁਲ ਗੁਰਬੀਰ ਜੀ, ਸਹੀ ਗੱਲਾਂ ਤੁਸੀਂ ਆਖੀਆਂ। ਦੇਰੀ ਦੇ ਕਾਰਨ ਕਈ ਲੋਕਾਂ ਦੀ ਤਾਂ ਆਸ ਵੀ ਟੁੱਟ ਜਾਂਦੀ ਹੈ। ਸ਼ੁਕਰੀਆ ਆਪਣੀ ਗੱਲ ਰੱਖਣ ਦੇ ਲਈ। ਇੱਕ ਹੋਰ ਕਾਲਰ ਸਾਡੇ ਨਾਲ ਬਣੀ ਹੋਈ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਬੇਇਨਸਾਫੀ ਕਰਕੇ ਲੋਕ ਆਪਣੇ ਬੱਚੇ ਹਿੰਦੁਸਤਾਨ ਦੇ ਪੰਜਾਬ ਦੇ ਬਾਹਰ ਜਾ ਰਹੇ ਜੀ। ਆਪਾਂ ਨੂੰ ਹਿੰਦੁਸਤਾਨ ਦੇ ਜੇ ਪੰਜਾਬ ਚ ਇਨਸਾਫ ਮਿਲੇ, ਕਿਉਂ ਬੱਚੇ ਬਾਹਰ ਜਾਣ? ਜੀ ਬਿਲਕੁਲ, ਵਾਕਈ ਇਨਸਾਫ ਦੇ ਵਿੱਚ ਦੇਰੀ, ਕਈਆਂ ਦਾ ਸਬਰ ਦਾ ਬੰਨ ਟੁੱਟ ਜਾਂਦਾ ਤੇ ਕਈ ਤਾਂ ਇਸ ਦੁਨੀਆ ਤੋਂ ਹੀ ਚਲੇ ਜਾਂਦੇ ਨੇ। ਕੀਰਤੀ ਜੀ, ਜਿਵੇਂ ਕਿ ਤੁਸੀਂ ਸੁਣਿਆ, ਬਹੁਤ ਸਾਰੇ ਦਰਸ਼ਕ ਜੁੜੇ ਸਨ, ਉਹਨਾਂ ਨੇ ਆਪਣੇ ਸੁਝਾਅ ਵੀ ਦਿੱਤੇ, ਆਪਣੀਆਂ ਗੱਲਾਂ ਵੀ ਰੱਖੀਆਂ ਨੇ। ਯਾਨੀ ਕਿ ਦੇਰੀ ਦੇ ਕਾਰਨ ਵੀ ਕਾਨੂੰਨ ਦੇ ਉੱਤੇ ਭਰੋਸਾ ਜਿਹੜਾ ਉੱਡ ਜਾਂਦਾ ਹੈ। ਸੋ ਬਹੁਤ ਸਮਾਂ ਲੱਗਦਾ ਹੈ। ਐਵੀਡੈਂਸ ਦੀ ਤੁਸੀਂ ਗੱਲ ਕੀਤੀ ਸੀ, ਐਵੀਡੈਂਸ ਰਿਕਾਰਡ ਹੁੰਦੇ ਨੇ। ਤੁਹਾਨੂੰ ਲੱਗਦਾ ਹੈ ਕਿ ਕਈ ਵਾਰੀ ਤਾਂ ਕਈ ਅਦਾਲਤਾਂ ਦੇ ਵਿੱਚ ਐਵੀਡੈਂਸ ਰੂਮ ਹੀ ਨਹੀਂ ਬਣੇ ਹੁੰਦੇ, ਤਾਂ ਫਿਰ ਐਵੀਡੈਂਸ ਰਿਕਾਰਡ ਕਰਨ ਦੀ जगह नहीं होगी तो उस विच समा तो लगेगा ही? कि देखिए, ये भी एक अच्छा आपने सवाल किया है और इस इशू पर फिलहाल ऑनरेबल सुप्रीम कोर्ट ने डिस्कस नहीं किया है। हालांकि दूसरे जो इसमें कारण है डिले ऑफ जस्टिस के लिए जो डिले होता है, उन कारणों को सुप्रीम कोर्ट ने डिस्कस किया है, लाइक एडजर्नमेंट्स के बारे में डिस्कस किया है, जो डेट्स पे डेट्स पड़ती हैं। लेकिन जो अभी आपने एविडेंस वाले में बात करी कि कोर्ट में जो एविडेंस होता है वो रिकॉर्ड करने के लिए जो प्रॉब्लम्स आती हैं, उसके लिए अभी कोई बात नहीं हुई है इस ऑनरेबल सुप्रीम कोर्ट की जजमेंट में, जो कि होनी चाहिए, जो कि बहुत इंपॉर्टेंट है। बिकॉज प्रैक्टिकली जैसे कि ऑनरेबल सुप्रीम कोर्ट ने कहा कि डे टू डे केस चलना चाहिए, जो पिछले 5 साल से पुराने जो केसेस हैं उसमें डे टू डे हियरिंग होनी चाहिए। लेकिन यहाँ पर यह सवाल है कि प्रैक्टिकली कैसे होगा? अगर डे टू डे हियरिंग करना चाहते हैं और 100 मामले हैं एक जज के सामने, तो वो डे टू डे हियरिंग कैसे करेंगे? एविडेंस कैसे लेंगे 100 मामलों में? बिल्कुल, या तो एविडेंस के लिए एक स्पेशल प्रोसीजर बनाया जाए कि उसके लिए एक अलग से एक जो है प्रोसीजर इस तरह का हो कि अलग रूम में आप एविडेंस रिकॉर्ड कर सकते हैं। और या फिर आप जैसे अभी हमारे देश में कानून में बदलाव आने वाला है, अभी आपने सुना होगा कि आईपीसी सीआरपीसी में भी बहुत सारे चेंजेस आने वाले हैं, तो उसमें ये बदलाव आने वाला है कि वर्चुअल हियरिंग से भी एविडेंस किया जाएगा आने वाले दिनों में। तो हो सकता है कि उससे भी एक हेल्प मिले स्पीडी ट्रायल के लिए, स्पीडी एविडेंस के लिए। बिल्कुल, एविडेंस की तुसीं गल कीती कि वाकई इंफ्रास्ट्रक्चर जिहड़ा है उस तरीके का नहीं है जो होना चाहिए। सो इस उत्ते गल भी होनी चाहिए। तुहानूं नहीं लगता कई 35% केसिस अजे ने जिस विच विटनेस आउंदे ही नहीं, यानी कि जिन्हां ने गवाही भरनी हुंदी वो पहुंचदे नहीं, कि ये भी कारण है कि केसां दे विच डिले हुंदा है, टाइम लगदा है? बिल्कुल बिल्कुल, ये बहुत बड़ा कारण है। और ये तो स्पेसिफिकली ट्रायल को डिले करने के लिए, कोई भी केस को लंबा लटकाने के लिए ये सबसे बड़ी टैक्टिक होती है। एज ए लॉयर मैं आपको बताऊं तो सबसे ज्यादा बड़ी जो टेक्निक होती है कि केस को कैसे लंबा किया जाए, वो यही होता है कि विटनेस नहीं आया। अगर विटनेस को ही नहीं लाया गया कोर्ट में, तो उस दिन ऑब्वियस है कि एविडेंस नहीं रिकॉर्ड हो सकता, तो डेट ही पड़ेगी।
और मैक्सिमम टाइम इसी वजह से पड़ती है। और इस बात के ऊपर ऑनरेबल सुप्रीम कोर्ट ने डिस्कस किया है। ऑनरेबल सुप्रीम कोर्ट ने जो गाइडलाइंस दी हैं, 11 गाइडलाइंस दी हैं, अभी रिसेंटली जो ऑनरेबल रविंद्र भट्ट एंड अरविंद कुमार जो जज हैं, उन्होंने जो जजमेंट दी है उसमें उन्होंने कहा है कि कोर्ट ने रिकॉर्ड करना है रीजन कि क्यों एडजर्नमेंट ली जा रही है। अगर कोई वकील एप्लीकेशन दे रहा है कि आज मुझे डेट चाहिए, क्या कारण है, और उसके ऊपर रीजन रिकॉर्ड करना है। और डे टू डे बेसिस पर अगर ट्रायल होगा, एक दिन विटनेस नहीं आएगा तो अगले दिन उसको बुलाइए, अगले दिन नहीं तो फिर तीसरे दिन बुलाइए। डे टू डे होने से ये एक फायदा जरूर होगा। अदरवाइज नॉर्मली क्या होता है कि अगर विटनेस नहीं आया तो 2-3 महीने बाद की डेट पड़ गई, इस वजह से सालों लग जाते हैं किसी एक विटनेस का एविडेंस कराने में। तो ये एक बहुत बड़ा रीजन है जो आपने अभी पूछा। कीर्ति जी, सोल्यूशन की हो सकता है, कारण की विटनेस नहीं पहुंचदा या इस तो बाद ਚ ਜੇ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਸੋਲੂਸ਼ਨ ਕੀ ਹੋ ਸਕਦਾ ਕਿ ਇਦਾਂ ਨਹੀਂ ਹੋ ਸਕਦਾ ਇੰਨੀ ਹੀਅਰਿੰਗ ਦੇ ਵਿੱਚ ਹੀ ਇਹ ਕੇਸ ਖਤਮ ਹੋ ਜਾਣਾ चाहिए, ਇਦਾਂ ਦਾ ਕੁਝ ਹੋਣਾ ਚਾਹੀਦਾ। सी देखिए, प्रोविजंस तो है लॉ में। अगर कोई विटनेस पेश नहीं होता है तो लॉ ये कहता है कि कोर्ट सम्मन कर सकती है ऐसे विटनेस को जो प्रोड्यूस नहीं किया जा रहा है। और ऑनरेबल सुप्रीम कोर्ट ने भी इसमें डिस्कस किया है कि सभी डिस्ट्रिक्ट और तालुका लेवल्स पे सारे कोर्ट्स ने प्रॉपर एग्जीक्यूशन ऑफ सम्मन्स का ध्यान देना है कि किसी विटनेस को अगर सम्मन भेजा जाता है तो उसका एग्जीक्यूशन प्रॉपर हो रहा है कि नहीं हो रहा है। तो ये सॉल्यूशन ऑनरेबल सुप्रीम कोर्ट ने दिया है, जिससे कि मुझे लगता है आने वाले दिनों में अगर ये एग्जीक्यूट प्रॉपर तरीके से होता है तो बहुत बड़ा एक फर्क आएगा। बिल्कुल, बट ये बात है कि प्रैक्टिकली होना चाहिए। बिल्कुल प्रैक्टिकली होना चाहिए, फर्क भी होना चाहिए, इंसाफ भी जल्दी मिलना चाहिए, ताइयों कानून के उत्ते भरोसा ਜਿਹੜਾ ਹਜੇ ਘੱਟ ਹੈ ਉਹ ਦੁਬਾਰਾ ਤੋਂ ਵੱਜੇਗਾ। ਕੀਰਤੀ, ਦੁਬਾਰਾ ਤੋਂ ਇੰਟਰਪਟ ਕਰਨਾ ਚਾਹਾਂਗੀ, ਮਾਫ ਕਰਨਾ, ਦਰਸ਼ਕ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਮਸਕਾਰ ਜੀ। ਹਾਂਜੀ ਨਮਸਕਾਰ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਹਾਂਜੀ ਮੈਂ ਤਰਨਤਾਰਨ ਤੋਂ ਬੋਲਦਾ ਜੀ, ਸੁਖਦੇਵ ਸਿੰਘ ਜੀ। ਹਾਂਜੀ ਸੁਖਦੇਵ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੀ, ਅਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਕੋਰਟ ਦੇ ਵਿੱਚ ਕੇਸ ਪੈ ਜਾਂਦਾ ਵਾ ਜੀ, ਦੋਨੋਂ ਵਕੀਲ ਸਾਹਿਬ ਬਹਿਸ ਕਰਦੇ ਆ, ਐਵੀਡੈਂਸ ਦਿੰਦੇ ਆ ਜੀ, ਉਹ 10 ਸਾਲ ਕੇਸ ਚੱਲਦਾ ਵਾ ਜੀ। ਉਹਦੇ ਤੋਂ ਬਾਅਦ ਜਦੋਂ ਜੱਜ ਸਾਹਿਬ ਆਰਡਰ ਕਰਦੇ ਆ ਸਾਡੀ, ਹਾਂਜੀ, ਉਹਦੇ ਵਿੱਚ ਉਹ ਸਿੰਪਲ ਲਿਖ ਦਿੰਦੇ ਆ ਜੀ ਕੇਸ ਡਿਸਮਿਸ ਜਾਂ ਕੇਸ ਅਲਾਉਡ ਜੀ। ਜੇ ਤੇ ਕੇਸ ਡਿਸਮਿਸ ਆ ਉਹਦੇ ਵਿੱਚ ਜੱਜ ਸਾਹਿਬ ਨੂੰ ਇਹ ਚਾਹੀਦਾ ਵਾ ਕਿ ਨਗਲੀਜੈਂਸ ਕੀਤੀ ਆ, ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦੀ। ਸੁਪਰੀਮ ਕੋਰਟ ਵੀ ਜਾਂ ਹਾਈ ਕੋਰਟ ਇਹ ਟਿੱਪਣੀਆਂ ਕਰ ਦਿੰਦੇ ਕਿ ਜੀ ਪੁਲਿਸ ਨੇ ਕੇਸ ਕਮਜ਼ੋਰ ਕਰਤਾ ਜੀ, ਟਿੱਪਣੀ ਕਰ ਦਿੱਤੀ। ਪਨਿਸ਼ਮੈਂਟ ਕਿਉਂ ਨਹੀਂ ਕਰਦੀ ਉਦੋਂ ਉਹਨਾਂ ਦੇ ਕੋਲ ਸਾਰਾ ਐਵੀਡੈਂਸ ਹੁੰਦਾ। ਮੇਰੇ ਹਿਸਾਬ ਦੇ ਨਾਲ ਸਾਡੀਆਂ ਜਿੰਨੀਆਂ ਹਾਈ ਕੋਰਟਾਂ ਵਾ ਇਹ 10 ਕੇਸਾਂ ਦੇ ਵਿੱਚ ਕਿਸੇ ਨੂੰ ਪਨਿਸ਼ਮੈਂਟ ਕਰ ਦੇਣ ਵੀ ਇਹਦੀ ਨਗਲੀਜੈਂਸ ਆ, ਇਸ ਅਫਸਰ ਦੀ ਨਗਲੀਜੈਂਸ ਆ, ਇਸ ਵਕੀਲ ਦੀ ਨਗਲੀਜੈਂਸ ਆ, ਤੇ ਕੇਸ ਕੋਈ ਪਾਉਂਦਾ ਹੀ ਨਹੀਂਗਾ ਜੀ। ਹਾਂ, ਫਿਰ ਜਦੋਂ ਕ੍ਰਾਸ ਕਰਦੇ ਆ ਤਾਂ ਜਿਹੜੇ ਸਾਡੇ ਜੱਜ ਸਾਹਿਬਾਨ ਆ ਉਹ ਚੁੱਪ ਕਰਕੇ ਬੈਠੇ ਆ ਜੀ, ਉਹਦੇ ਵਿੱਚ ਅਨਰੈਲੀਵੈਂਟ ਜਿਹੜੇ ਕੁਐਸਚਨ ਆ ਉਹ ਪੁੱਟ ਕਰਦੇ ਆ। ਜੇ ਜੱਜ ਸਾਹਿਬ ਨੂੰ ਕਾਨੂੰਨ ਆਉਂਦਾ ਹੋਵੇ ਉਹ ਵਕੀਲ ਨੂੰ ਕੁਐਸਚਨ ਪੁੱਛਣ ਹੀ ਨਾ ਦੇਵੇ, ਰਿਲੇਟਡ ਕੁਐਸਚਨ ਪੁੱਛਣ ਜੀ। ਸੁਖਦੇਵ ਜੀ ਦੇਖੋ, ਅਸੀਂ ਕਾਨੂੰਨ ਪ੍ਰਣਾਲੀ ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦੇ, ਤੁਸੀਂ ਸਮਝ ਸਕਦੇ ਹੋ ਇਹ ਚੀਜ਼ਾਂ। ਬਹੁਤ ਸਾਰੀਆਂ ਟੀਵੀ ਤੇ ਕੋਈ ਚੀਜ਼ਾਂ ਅਸੀਂ ਕਹਿ ਵੀ ਨਹੀਂ ਸਕਦੇ। ਸਰਵੋਚਮ ਜਿਹੜੀ ਕਹਿ ਸਕਦੇ ਹਾਂ ਕਿ ਕਾਨੂੰਨ ਪ੍ਰਣਾਲੀ ਤੇ ਵਿਸ਼ਵਾਸ ਬਣਿਆ ਰਹੇ, ਇਸੇ ਕਰਕੇ ਇਸ ਮੁੱਦੇ ਨੂੰ ਇੱਥੇ ਵਿਚਾਰਿਆ ਜਾ ਰਿਹਾ। ਸ਼ੁਕਰੀਆ ਸੁਖਦੇਵ ਜੀ, ਵੈਸੇ ਤੁਸੀਂ ਆਪਣਾ ਜਿਹੜਾ ਇਸ ਉੱਤੇ ਆਪਣੀ ਗੱਲ ਰੱਖੀ ਉਸ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਇੱਕ ਹੋਰ ਕਾਲਰ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ? ਰਕੇਸ਼ ਕੁਮਾਰ ਜੀ। ਜੀ ਰਕੇਸ਼ ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰੇ ਕਹਿਣ ਦਾ ਮਤਲਬ ਇਹ ਹੈ ਮੈਡਮ ਜੀ, ਜਦੋਂ ਤੱਕ ਕੇਸ ਚੱਲਦਾ ਹੈ ਗਵਾਹ ਉਸ ਤੋਂ ਪਹਿਲਾਂ ਖਤਮ ਕਰ ਦਿੱਤੇ ਨੇ ਮੈਡਮ ਜੀ। ਜਿੰਨਾ ਲੰਮਾ ਕੇਸ ਚੱਲਦਾ ਹੈ ਗਵਾਹ ਪਹਿਲਾਂ ਖਤਮ ਕਰ ਦਿੰਦੇ ਮੈਡਮ ਜੀ। ਕੇਸ ਨੂੰ ਜਿੰਨਾ ਲੌਂਗ ਟਾਈਮ ਲੈਂਦੇ ਜੱਜ ਸਾਹਿਬ, ਗਵਾਹ ਪਹਿਲਾਂ ਖਤਮ ਕਰ ਦਿੱਤੇ ਨੇ ਮੈਡਮ ਜੀ। ਤੇ ਇਨਸਾਫ ਗਰੀਬ ਆਦਮੀ ਨੂੰ ਇਨਸਾਫ ਨਹੀਂ ਮਿਲ ਰਿਹਾ। ਬਿਲਕੁਲ, ਬਾਕੀ ਹੁਣ ਇਹ ਤਰੀਕ ਵਾਲਾ ਸਿਸਟਮ ਖਤਮ ਹੋਣਾ ਚਾਹੀਦਾ ਹੈ, ਕਿਉਂਕਿ ਭਾਰਤ ਦੀ ਜਨਤਾ ਵੀ ਕਹਿੰਦੀ ਹੈ ਕਿ ਵਾਕਈ ਇਹ ਸਿਸਟਮ ਜਿਹੜਾ ਇੰਨਾ ਲੰਬਾ ਸਟ੍ਰੈਚ ਹੁੰਦਾ ਹੈ ਉਸ ਵਿੱਚ ਜਿਹੜੀਆਂ ਪੇਚੀਦਗੀਆਂ ਨੇ ਉਹ ਖਤਮ ਹੋਣੀਆਂ ਚਾਹੀਦੀਆਂ ਨੇ। ਸੋ ਕਾਨੂੰਨ ਤਾਂ ਆਪਣਾ ਕੰਮ ਕਰ ਰਿਹਾ, ਸੋ ਹੋਰ ਵਧੀਆ ਤਰੀਕੇ ਨਾਲ ਕਰੇ। ਸ਼ੁਕਰੀਆ ਰਾਕੇਸ਼ ਜੀ ਕਾਲ ਕਰਨ ਦੇ ਲਈ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਮੈਡਮ, ਜਲੰਧਰ ਤੋਂ ਬੋਲਾ ਕਿਸ਼ਨਦੇਵ। ਹਾਂਜੀ ਕਿਸ਼ਨਦੇਵ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ? ਮੈਡਮ ਮੈਂ ਕਹਿੰਦਾ ਦੇਖੋ, ਇੱਕ ਡਿਮੈਂਡਮੈਂਟ ਟਾਈਮ ਦੇਣਾ, ਨਿਠਾਰੀ ਕਾਂਡ ਹੋਇਆ ਸੀ ਇੱਕ, ਬਿਲਕੁਲ ਛੋਟੀ ਰਾਤ ਨੂੰ ਸਜ਼ਾ ਦਿੱਤੀ, ਹਾਈ ਕੋਰਟ ਨੇ ਬਰੀ ਕਰਤਾ। ਜੱਜ ਦਾ ਅੱਗੇ ਦੇਖੋ ਜੱਜ ਕੀ ਫੈਸਲਾ ਕੀਤਾ, ਇੰਨੇ ਬੱਚੇ ਮਰ ਗਏ, ਤੜਫਦੇ ਰਹੇ, ਹਾਈ ਕੋਰਟ ਨੇ ਕਿੱਦਾਂ ਬਰੀ ਕਰਤਾ। ਜੱਜ ਕਹਿੰਦੇ, ਮੈਂ ਪੜ੍ਹਦਾ ਨਾ ਅਖਬਾਰ 'ਚ, ਜੱਜਮੈਂਟ ਦਿੰਦੇ ਜੱਜ ਜੱਜਮੈਂਟ ਦੇ ਸਕਦੇ ਆ ਵੀ ਕਿਸੇ ਬੱਚੇ ਜੱਜ ਦੇ ਬੱਚੇ ਨੂੰ ਕੋਈ ਸ਼ੋਭਿਤ ਜੱਜਮੈਂਟ ਦੇ ਸਕਦਾ ਨਾ, ਫਾਂਸੀ ਦੇ ਸਕਦੇ ਉਹਨੂੰ। ਅਦਾਲਤ ਨੇ ਫਾਂਸੀ ਦਿੱਤੀ, ਉਹਨਾਂ ਨੇ ਬਰੀ ਕਰਤਾ ਵੱਡੀ ਅਦਾਲਤ ਨੇ।
ਕਿਤੇ ਯਕੀਨ ਕਰਾਂ ਗਿਆ। ਬੇਟੀ ਮੇਰੀ ਬੈਠੀ ਆ ਵਕੀਲ, ਮੈਂ ਕਿਹਾ ਇਸ ਵਿੱਚ ਬਣੋ ਇਨਸਾਨ, ਇਮਾਨਦਾਰੀ ਨਾਲ ਕੰਮ ਕਰੋ। ਮੇਰਾ ਤਾਂ ਵਿਸ਼ਵਾਸ ਉੱਠ ਗਿਆ, ਇਹ ਇਨਸਾਨ ਹੀ ਆ, ਹਵਾਵਾਂ ਥੋੜਾ ਹੀ ਹੈ ਜੀ। ਉਹ ਦੇਖੋ ਆਪਣੇ ਆਪ ਦੇਖੋ, ਇੰਨੇ ਬੱਚੇ ਮਰ ਗਏ, ਹੁਣ 6 ਵਾਰੀ ਕਰ ਤੱਕ ਕੀ ਚੱਲਿਆ ਉੱਥੇ। ਉਹ ਛੋਟਾ ਜਿਹੜਾ ਜੱਜ ਸੀਗਾ, ਛੋਟੀ ਅਦਾਲਤ, ਉਹਨੇ ਫੈਸਲਾ ਦਿੱਤਾ, ਕੋਈ ਨਾ ਕੋਈ ਦੇਖ ਕੇ ਦਿੱਤਾ। ਆ ਬੇਟੀ ਕੋ ਮੇਰਾ ਜਵਾਬ ਲੈਣਾ, ਬੇਟੀ ਜਵਾਬ ਦੇਵੇ ਮੇਰਾ। ਮੈਨੂੰ 1 ਮਿੰਟ ਹੋਰ ਗੱਲ ਕਰਨ ਦਿਓ। ਉਹ ਵੀ ਤਾਂ ਜੱਜ ਸੀ ਜਿਹਨੇ ਫਾਂਸੀ ਦੀ ਸਜ਼ਾ ਦਿੱਤੀ, ਉਹ ਵੀ ਜੱਜ ਨੇ ਮਾਫ ਕਰਤਾ। ਕੀ ਚੱਲਿਆ ਉੱਥੇ ਦੱਸੋ, ਕਿਹਨੂੰ ਕਵਾਂਗੇ? ਸਾਡਾ ਤਾਂ ਹਿੰਦੁਸਤਾਨ ਏਦਾਂ ਦਾ ਕੁਝ ਕਹਿ ਨਹੀਂ ਸਕਦੇ। ਜੇ ਜੱਜ ਦੇ ਬਣ ਜਾਓ ਨਾ, ਬੰਦ ਕਰੋ। ਜੱਜ ਸਾਹਿਬ ਬੈਠੇ ਆ, ਜੱਜ ਸਾਹਿਬ ਯਾਰ ਇਨਸਾਨ ਅੱਛਾ ਹੋਣਾ ਚਾਹੀਦਾ, ਇਮਾਨਦਾਰੀ ਹੋਣੀ ਚਾਹੀਦੀ। ਜੱਜ ਸਾਹਿਬ ਹੁਣ ਦੇਖੋ ਪਰ ਕਿਹੜੀ ਕੀ ਚੱਲ ਗਿਆ ਉੱਥੇ, ਇੰਨੇ ਬੱਚੇ ਮਰ ਗਏ ਲੋਕਾਂ ਦੇ। ਬਿਲਕੁਲ ਕਿਸ਼ਨ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ, ਐਗਰੀ ਵੀ ਕਰਦੇ ਹਾਂ। ਸੋ ਆਪਾਂ ਕਾਨੂੰਨ ਪ੍ਰਣਾਲੀ ਤੇ ਕੋਈ ਸਵਾਲ ਨਹੀਂ ਚੁੱਕ ਸਕਦੇ, ਨਾ ਹੀ ਜੋ ਕੁਝ ਵੀ ਜਜਮੈਂਟਸ ਆਉਂਦੀਆਂ ਨੇ। ਸੋ ਕੀ ਸਿਚੁਏਸ਼ਨ ਰਹੀ ਹੁੰਦੀ ਹੈ ਜਾਂ ਕੀ ਹਾਲਾਤ ਹੁੰਦੇ ਨੇ, ਸੋ ਉਸ ਵੇਲੇ ਮੌਕੇ ਤੇ ਸਬੂਤ ਦੇ ਕੇ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਹੀ ਡਿਸੀਜ਼ਨ ਜਾਂ ਕੋਈ ਜਜਮੈਂਟ ਲਈ ਜਾਂਦੀ ਹੈ। ਸ਼ੁਕਰੀਆ ਕਾਲ ਕਰਨ ਦੇ ਲਈ। ਇੱਕ ਹੋਰ ਕਾਲਰ ਬਣੇ ਹੋਏ ਨੇ, ਸੋ ਲਗਾਤਾਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਕੀਰਤੀ ਅਹੂਜਾ ਜੀ, ਤੁਹਾਨੂੰ ਵੀ ਕਹਿਣਾ ਚਾਹਾਂਗੇ ਕਿ ਲਗਾਤਾਰ ਕਾਲਰਸ ਤਾਂ ਜੁੜੀ ਰਹੇ ਨੇ, ਤੁਹਾਡੇ ਨਾਲ ਵੀ ਲਗਾਤਾਰ ਰਾਬਤਾ ਕਾਇਮ ਰੱਖਾਂਗੇ। ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਖਾਸ ਪ੍ਰੋਗਰਾਮ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇ ਵਿੱਚ। ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਕੋਰਟਾਂ ਦੇ ਵਿੱਚ ਜਿੰਨੇ ਵੀ ਯਾਨੀ ਕਿ ਅਦਾਲਤਾਂ ਦੇ ਵਿੱਚ, ਭਾਰਤੀ ਅਦਾਲਤਾਂ ਦੇ ਵਿੱਚ ਜਿੰਨੇ ਵੀ ਪੈਂਡਿੰਗ ਕੇਸ ਨੇ, ਉਸ ਨੂੰ ਜਲਦੀ ਤੋਂ ਜਲਦੀ ਖਤਮ ਕਿਵੇਂ ਕੀਤਾ ਜਾਵੇ, ਇਨਸਾਫ ਲੋਕਾਂ ਨੂੰ ਮਿਲੇ, ਇਸ ਨੂੰ ਲੈ ਕੇ ਸੁਪਰੀਮ ਕੋਰਟ ਹੁਣ ਸਖਤ ਹੋ ਚੁੱਕਾ ਹੈ। ਕੀਰਤੀ ਅਹੂਜਾ ਸਾਡੇ ਨਾਲ ਖਾਸ ਮਹਿਮਾਨ, ਸੁਪਰੀਮ ਕੋਰਟ ਦੇ ਵਕੀਲ ਇਸ ਵੇਲੇ ਬਣੇ ਹੋਏ ਨੇ। ਕੀਰਤੀ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਕੀਰਤੀ, ਨੀਤੀ ਆਯੋਗ ਦੀ 2018 ਦੀ ਰਿਪੋਰਟ ਸੀ। ਉਸ ਵੇਲੇ ਜਿਹੜੇ ਪੈਂਡਿੰਗ ਕੇਸਾਂ ਦੀ ਗਿਣਤੀ 3.5 ਕਰੋੜ ਦੇ ਕਰੀਬ ਸੀ ਤੇ ਉਸ ਵੇਲੇ ਨੀਤੀ ਆਯੋਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ 324 ਸਾਲ ਲੱਗਣਗੇ ਜੇਕਰ ਇਹਨਾਂ ਪੈਂਡਿੰਗ ਮਾਮਲਿਆਂ ਨੂੰ ਖਤਮ ਕਰਨਾ। ਸੋ 2018 ਦੇ ਵਿੱਚ ਤਾਂ ਹੁਣ ਗਿਣਤੀ 5 ਕਰੋੜ ਦੇ ਲਾਗੇ ਜਾ ਗਿਆ, ਹੁਣ ਤਾਂ ਬਹੁਤ ਸਾਰੇ ਸਾਲ ਲੱਗ ਜਾਣਗੇ। ਸੋ ਇਹ ਆંકੜਾ ਲਗਾਤਾਰ ਵੱਧਦਾ ਹੀ ਜਾ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਕੀ ਕੁਝ ਹੋਣਾ ਚਾਹੀਦਾ? जी बिल्कुल, आप 2018 का आंकड़ा बता रहे हैं, अभी 2023 खत्म होने वाला है, तो आप सोचिए कि कितनी ज्यादा पेंडेंसी बढ़ चुकी होगी। और क्रिमिनल केसेस के अलावा सिविल केसेस की पेंडेंसी बहुत ज्यादा बढ़ रही है जी। और आज तक कोई सिविल केसेस के लिए कोई जजमेंट नहीं थी, हालांकि क्रिमिनल केसेस के लिए बहुत सारी जजमेंट्स हैं ऑनरेबल सुप्रीम कोर्ट की, और इवन फास्ट ट्रैक काफी सारे ट्रायल्स चलाए भी जाते हैं, लाइक वुमेन केसेस में, पॉक्सो केसेस में, स्पेशल MLA केसेस में। लेकिन सिविल केसेस के लिए आज तक कोई बात नहीं हो रही थी, और पेंडेंसी सिविल केसेस की बहुत ज्यादा है। तो ये जो ऑनरेबल सुप्रीम कोर्ट ने अभी जजमेंट दी है, मुझे ऐसा लगता है कि अगर ये जजमेंट इम्प्लीमेंट होती है तालुका और डिस्ट्रिक्ट लेवल्स पर, तो एक बहुत बड़ा चेंज आ सकता है। और मुझे लगता है काफी हद तक जो है केसेस की पेंडेंसी में कमी आएगी, क्योंकि वन ऑफ द मोस्ट इम्पोर्टेंट रीजन जो है पेंडेंसी का वो है एडजर्नमेंट, जो कि डेट्स दी जाती हैं केसेस के अंदर, चाहे वो वकील की तरफ से हो, चाहे वो पार्टी की तरफ से हो, या किसी भी वजह से हो। अब ऑनरेबल सुप्रीम कोर्ट ने क्लियर कह दिया है कि डे टू डे बेसिस पर सिविल केसेस चलेंगे। ये बहुत बड़ी बात है, क्योंकि सिविल केसेस में कई महीनों बाद एक डेट लगती है। और यहाँ पर ऑनरेबल सुप्रीम कोर्ट ने ये भी कहा है कि फाइनल आर्ग्यूमेंट होने के बाद से जजमेंट भी तुरंत आनी चाहिए। जैसा कि बहुत सारे केसेस में देखा जाता है कि एविडेंस हो गया, ट्रायल खत्म हो गया, लेकिन जजमेंट आने में भी कई महीने लग जाते हैं। उसके लिए भी ऑनरेबल सुप्रीम कोर्ट ने स्पेसिफिक गाइडलाइन दी है। साथ ही में ऑनरेबल सुप्रीम कोर्ट ने कहा है कि कमेटी बैठेगी जो कि पूरा मॉनिटर करेगी कि केसेस की कैसे पेंडेंसी खत्म की जा रही है, किस तरह से जो है ये प्रैक्टिकली हो पा रहा है, जो गाइडलाइंस फॉलो हो पा रही है कि नहीं हो पा रही है। लेकिन जो सबसे बड़ा इशू इसके साथ है वो है इंफ्रास्ट्रक्चर का और जजेस की कमी का। इस इशू पर अभी ऑनरेबल सुप्रीम कोर्ट ने डिस्कस नहीं किया है, तो मुझे लगता है कि थोड़ा सा फर्क इस जजमेंट से आएगा, लेकिन पूरी तरह से तभी ये प्रॉब्लम सॉल्व हो सकती है जब जजेस की क्वांटिटी बढ़ाई जाएगी और इंफ्रास्ट्रक्चर बढ़ाया जाएगा। लाइक अगर आप जजेस बढ़ा दें लेकिन अगर कोर्ट रूम ही अवेलेबल नहीं है जी, जैसे कि आप छोटे छोटे शहरों में अगर देखें, छोटे तालुका एरियाज में अगर आप देखें, तो कोर्ट की हालत कैसी है, बहुत ही छोटे छोटे कोर्ट्स हैं और वहां पर इतना इंफ्रास्ट्रक्चर अवेलेबल नहीं है, जजेस भी उतने अवेलेबल नहीं है, तो पेंडेंसी सिर्फ एडजर्नमेंट्स के सॉल्यूशन से नहीं आएगी।
जजेस की क्वांटिटी बढ़ानी पड़ेगी और इंफ्रास्ट्रक्चर इंप्रूव करना पड़ेगा, तभी मुझे लगता है पूरी तरह से ये इशू सॉल्व हो सकता है। जी कीर्ति जी, इशू सॉल्व ਤਾਂ ਹੋ ਸਕਦਾ, ਤੁਸੀਂ ਗੱਲ ਕੀਤੀ ਹੈ ਕਿ ਜੱਜਿਸ ਦੀ ਗਿਣਤੀ ਵਧਾਉਣੀ ਚਾਹੀਦੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਵਕੀਲਾਂ ਦੀ ਵੀ ਕਮੀ ਹੈ? ਇਸ ਵੇਲੇ ਟੋਟਲ ਅੰਕੜਾ ਦੇਖਿਆ ਜਾਵੇ ਤਾਂ 14 ਲੱਖ ਦੇ ਕਰੀਬ ਇਸ ਵੇਲੇ ਦੇਸ਼ ਦੇ ਵਿੱਚ ਵਕੀਲ ਨੇ, ਪਰ ਜਦ ਕਿ ਜੋ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਇਹ ਅੰਕੜਾ 30 ਲੱਖ ਦੇ ਬਰਾਬਰ ਹੋਣਾ ਚਾਹੀਦਾ। ਸੋ ਕਮੀ ਵਕੀਲਾਂ ਦੀ ਵੀ ਹੈ। 30 ਲੱਖ ਅੰਕੜਾ ਹੋਣਾ ਚਾਹੀਦਾ, ਪਰ ਮਹਿਜ਼ 14 ਲੱਖ ਵੀ ਇਸ ਵੇਲੇ ਵਕੀਲ ਨੇ ਭਾਰਤ ਦੇ ਵਿੱਚ। देखिए वकीलों का इशू बहुत बड़ा नहीं है, बिकॉज एक वकील कई केसेस हैंडल कर सकता है, जितना इशू बड़ा जजेस का है। बिकॉज जज ने पूरा एविडेंस रिकॉर्ड करने के बाद से उसमें जजमेंट देनी है, और एक जज के पास जब एक दिन में 100 केसेस लगेंगे तो वो एक डिफिकल्ट इशू हो जाता है, लेकिन लॉयर्स के लिए उतना डिफिकल्ट नहीं है। और लॉयर्स की संख्या तो अगर देखिए जजेस बढ़ेंगे और उसके बाद इंफ्रास्ट्रक्चर इंप्रूव होगा तो मुझे लगता है अपने आप ये लॉयर्स का इशू सॉल्व हो जाएगा। वो एक बहुत बड़ा इशू नहीं है। आई थिंक दैट विल बी सॉल्व ऑटोमेटिकली जब जजेस बढ़ जाएंगे, कोर्ट्स का इंफ्रास्ट्रक्चर बढ़ जाएगा, और जब ये एक तरह से जो इशू इतना डिस्कस होने लगेगा, जब ये इस तरह की जो नॉलेज है वो फैलने लगेगी, तो ऑटोमेटिकली वकील क्षेत्र में भी काफी बढ़ोतरी हो जाएगी, ऑटोमेटिकली हो जाएगी। जी कीर्ति, साडे नाल इस समय दर्शक एक बार फिर तो जुड़ चुके हैं, उन्होंने शामिल कर लेने। सत श्री अकाल जी। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਸਰ ਮੈਂ ਦਸੂਹੇ ਤੋਂ ਬੋਲ ਰਿਹਾ, ਭਗਵਾਨ ਸਿੰਘ। ਹਾਂਜੀ ਭਗਵਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਇਹ ਜੱਜ ਦੇ ਬਾਰੇ ਆ ਰਿਹਾ ਨਾ ਐਡ ਆ ਰਹੀ ਹੈ ਜੀ। ਇਹ ਉਹ 'ਚ ਜੱਜਾਂ ਦੀ ਵੀ ਕਮੀ ਹੋਏਗੀ। ਇੱਕ ਜੱਜ ਜਾਣ ਬੁੱਝ ਕੇ ਵੀ ਪਤਾ ਨਹੀਂ ਡਿਲੇ ਕਿਉਂ ਕਰਦੇ ਆ ਕੇਸ। ਜੀ ਮੇਰੀ ਬੇਟੀ ਦਾ ਤਲਾਕ ਹੋਇਆ ਤੇ ਉਹਨਾਂ ਦਾ ਇੱਕ ਬੱਚਾ ਸੀ ਜੀ, ਤੇ ਉਹਨਾਂ ਦਾ ਡਿਵੋਰਸ ਹੋ ਗਿਆ ਜੀ, ਤੇ ਉਹਨਾਂ ਦਾ ਪਾਸਪੋਰਟ ਬਣਾਉਣਾ ਸੀ ਤੇ ਉਹ ਕਸਟਡੀ ਦਾ ਮੰਗ ਰਹੇ ਸੀ ਪਾਸਪੋਰਟ। ਤੇ ਲੜਕੇ ਵਾਲਿਆਂ ਨੇ ਉਹਦਾ ਐਫੀਡੇਵਿਟ ਵੀ ਦਿੱਤਾ ਤੇ ਸਭ ਕੁਝ ਕਲੀਅਰ ਨਿਬੜਿਆ, ਤੇ ਤਾਂ ਵੀ ਡੇਟਾਂ ਪਾਈ ਜਾਂਦੇ ਨੇ, ਕਸਟਡੀ ਨਹੀਂ ਦੇ ਰਹੇ। ਪਤਾ ਨਹੀਂ ਕਿਉਂ ਇਹ ਏਦਾਂ ਕਰਦੇ ਨੇ ਜੀ। ਤੇ ਜੋ ਕੇਸ ਨੇ ਬੱਚਿਆਂ ਦਾ, ਬੱਚੇ ਦਾ ਭਵਿੱਖ ਬਾਰੇ ਸੋਚਣਾ ਚਾਹੀਦਾ, ਉਹਨੂੰ ਕਲੀਅਰ ਕਰਕੇ ਨਿਬੇੜਨਾ ਚਾਹੀਦਾ। ਬਿਲਕੁਲ ਬਿਲਕੁਲ, ਵਾਕਈ ਦੇਣੀ ਚਾਹੀਦੀ ਇਹਨੂੰ, ਇੱਦਾਂ ਹੀ ਹੋਣਾ ਚਾਹੀਦਾ, ਪਰ ਇੱਦਾਂ ਹੋ ਨਹੀਂ ਰਿਹਾ। ਸੋ ਇਸ ਨੂੰ ਠੀਕ ਕਰਨ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ। ਸ਼ੁਕਰੀਆ ਕਾਲ ਕਰਨ ਦੇ ਲਈ। ਹਾਂਜੀ, ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। मैं दिल्ली तो बोल रहा रजिंदर सिंह। मैं मेरी ऑब्जर्वेशन रही 10 साल की, मैं कोर्टा ਦੇ ਰਿਹਾ ਜੀ। ਤੇ ਜਿਹੜੇ ਵਕੀਲ ਨਾ ਕੇਸ ਨੂੰ ਖਤਮ ਹੀ ਨਹੀਂ ਹੋਣ ਦਿੰਦੇ ਹੈਗੇ ਆ, ਜਿੱਤ ਜਾਂਦੇ ਦੂਜੇ ਪਾਸੇ ਦੌੜ ਜਾਂਦੇ ਪੈਸੇ ਲੈ ਕੇ। ਜੀ ਜਲੰਧਰ से ਮੇਰੇ ਨਾਲ ਬੜਾ ਬੁਰਾ ਹੋਇਆ ਕਿਹਾ ਜੀ ਚੜਿਆ ਜੀ। ਜੱਜਾਂ ਦੀ ਕਮੀ ਨਹੀਂ, ਜੱਜ ਬਹੁਤ ਠੀਕ ਹੈਗੇ ਆ ਜੀ। ਥੈਂਕ ਯੂ। ਸ਼ੁਕਰੀਆ। ਇੱਕ ਹੋਰ ਕਾਲਰ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਮੈਂ ਸੰਗਰੂਰ ਤੋਂ ਪਿਆਰਾ ਸਿੰਘ ਬੋਲਦਾ ਜੀ। ਹਾਂਜੀ ਪਿਆਰਾ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ? ਸਤਿ ਸ਼੍ਰੀ ਅਕਾਲ। ਮੈਂ ਥੋੜੀ ਲੰਬੀ ਜਾਊਂ ਗੱਲ, ਥੋੜੀ ਮੇਰੀ ਬੇਨਤੀ ਹੈ ਜੀ ਵੀ ਜੱਜ ਸਾਹਿਬ 90% ਜੱਜ ਸਾਹਿਬ ਸਹੀ ਨੇ ਜੀ। ਇਹ ਸਾਰੇ ਫੈਸਲੇ ਫਟਾਫਟ ਕਰ, ਜਿਹੜਾ ਭਰ ਜਾਣ ਫਿਰ ਜਿਹੜਾ ਨਵੀਆਂ ਬਣਾਉਣੀਆਂ ਪੈਣਗੀਆਂ। ਨੰਬਰ 1, ਸਾਡੇ ਵਿਧਾਨਕਾਰਾਂ ਦੇ ਬਹੁਤ ਕੁਝ ਹੱਥ ਹੈ ਜੀ। ਕੁਛ ਇਹੋ ਜਿਹੇ ਕੇਸ ਹੋਣ ਜਿਹੜੇ ਪਿੰਡ ਲੈਵਲ ਤੇ ਪੰਚਾਇਤ ਨਿਬੇੜ ਸਕਦੀ ਹੋਵੇ, ਕੁਛ ਇਹੋ ਜਿਹੇ ਕਾਨੂੰਨ ਬਣ ਜਾਣ ਪੁਲਿਸ ਨਿਬੇੜ ਸਕਦੀ ਹੋਵੇ। ਇੱਕ ਜ਼ਰੂਰੀ ਹੈ ਮੈਡਮ, ਵਕੀਲ ਸਾਹਿਬ ਨਾਰਾਜ਼ ਨਾ ਹੋਣਾ, ਤੁਹਾਡੀਆਂ ਹੜਤਾਲਾਂ ਨੇ ਵੀ ਬਹੁਤ ਲੰਬਾ ਪਾਤਾ ਕੰਮ। ਥੋੜੀ ਹੜਤਾਲਾਂ ਬਹੁਤ ਘੱਟ ਹੋਣੀਆਂ, ਜੈਨ ਸਾਹਿਬ ਦੇ ਕਦੇ ਵੀ ਕੋਈ ਹੜਤਾਲ ਕੋਈ ਜ਼ਰੂਰੀ ਹੋਵੇ ਕਰ ਲੈਣੀ ਚਾਹੀਦੀ ਹੈ। ਹਰ ਸ਼ਨੀਵਾਰ ਨੂੰ ਹੜਤਾਲ ਕਰਦਾ ਵਕੀਲ, ਉੱਥੇ ਵੀ ਲੰਬਾ ਪੈਂਦਾ। ਜੇ ਦੋਨੇ ਤਰ੍ਹਾਂ ਦੇ ਵਕੀਲ ਬੈਠ ਕੇ ਮਦਈ ਤੇ ਮੁਲਜ਼ਮ ਦਾ ਸਮਝੌਤਾ ਵੀ ਕਰਾ ਸਕਦੇ ਨੇ, ਨਿਬੜ ਸਕਦਾ ਛੇਤੀ। ਇਸ ਕਰਕੇ ਕੁਛ ਇਹ ਵੀ ਨੇ ਧਰਾਵਾਂ ਦੇ ਮੁਤਾਬਕ ਵੀ ਇਹ ਸੈਸ਼ਨ ਦੇ ਜਾਂ ਆਪਣੇ ਸਟੇਟ ਦੇ ਇਹ ਐਡੀਸ਼ਨ ਹੋ ਗਏ, ਇਹ ਸੈਸ਼ਨ ਦੇ ਹਾਈ ਕੋਰਟ ਸੁਪਰੀਮ ਕੋਰਟ ਚ ਕੁਛ ਇਸ ਤਰ੍ਹਾਂ ਧਰਾਵਾਂ ਦੇ ਕਾਨੂੰਨ ਬਣ ਜਾਣ। ਇਹ ਬੰਦੇ ਵੀ ਇਹ ਸਾਲ ਦੇ ਵਿੱਚ, 2 ਸਾਲ ਦੇ ਵਿੱਚ, 3 ਸਾਲ ਦੇ ਵਿੱਚ, 4 ਸਾਲ ਦੇ ਵਿੱਚ ਵੀ ਨਿਬੇੜਨਾ, ਤੇ ਚਾਹੇ ਗਵਾਹ ਆਵੇ ਨਾ ਆਵੇ, ਸਬੂਤ ਜਿੰਨੇ ਆ ਗਏ ਉਹਦੇ ਮੁਤਾਬਕ ਹੀ ਫੈਸਲਾ ਲਿਆ ਜਾਵੇ, ਤਾਂ ਇਹ ਘਟ ਸਕਦੇ ਨੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਮੈਂ ਜਲੰਧਰ ਤੋਂ ਬੋਲ ਰਿਹਾ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰਾ ਜੀ ਇਸ ਤਰ੍ਹਾਂ ਮੈਂ ਰਿਟਾਇਰਡ ਡਿਫੈਂਸ ਸਰ, ਮੈਂ ਰਿਟਾਇਰ ਹੋਣ ਤੋਂ ਬਾਅਦ 6 ਸਾਲ ਹੋ ਗਏ ਆ ਜੀ। ਮੈਂ ਆਪਣੇ ਕੋਲ ਇੱਥੇ ਫਾਈਨੈਂਸ ਕੰਪਨੀ ਹੈ ਇੱਥੇ ਜਲੰਧਰ ਜੀ, ਉਹਦੇ ਕੋਲ ਡਿਪੋਜ਼ਿਟ ਕਰਾਏ ਸੀ ਕੁਝ ਪੈਸੇ ਜੀ। ਤੇ ਉਹ ਵੀ ਮੇਰਾ ਕਲੀਗ ਹੀ ਸੀਗਾ, ਡਿਫੈਂਸ ਅਫਸਰ ਰਿਟਾਇਰਡ ਆ। ਮਗਰ ਉਹ ਜਦੋਂ ਮੈਂ ਉਹ ਕੋਲ ਪੈਸੇ ਮੰਗੇ ਉਹਨੇ ਪੈਸੇ ਦਿੱਤੇ ਨਹੀਂ, ਕਹਿੰਦਾ ਬਿਲਕੁਲ ਨਹੀਂ ਦੇ ਰਹੇ ਜੀ। ਹੁਣ ਬਥੇਰਾ ਇੱਧਰ ਉੱਧਰ ਮਤਲਬ ਕਿਹਾ ਮੈਂ ਸਾਰਿਆਂ ਨੂੰ, ਮਗਰ ਅਖੀਰ ਮੈਨੂੰ ਕੰਜ਼ਿਊਮਰ ਕੋਰਟ 'ਚ ਕੇਸ ਕਰਨਾ ਪਿਆ।
6 ਸਾਲ ਹੋ ਗਏ ਆ, ਉਹ ਹਰ ਸਟੇਜ ਤੇ ਉਹਦਾ ਡਿਸਮਿਸ ਹੋਇਆ ਕੇਸ ਜੀ, ਸਟੇਟ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ। ਮਗਰ ਉਸ ਤੋਂ ਬਾਅਦ ਉਹਦਾ ਕੋਈ ਇੰਪਲੀਮੈਂਟ ਨਹੀਂ ਹੋ ਰਹੀ। ਮੁੜ ਕੇ ਫੇਰ ਤਰੀਕ ਪਾ ਜਾਂਦਾ, ਕੋਈ ਐਪਲੀਕੇਸ਼ਨ ਪਾ ਦਿੰਦਾ, ਮੁੜ ਕੇ ਫੇਰ ਅੱਗੇ ਕੇਸ ਚੱਲ ਪੈਂਦਾ, ਮੁੜ ਕੇ ਫੇਰ ਉਸੇ ਸਰਕਲ ਤੇ ਚੱਲੀ ਜਾਂਦਾ ਜੀ। ਕੋਈ ਉੱਤੇ ਇਹੋ ਜਿਹਾ ਕੋਈ ਐਕਸ਼ਨ ਨਹੀਂ ਲੈ ਰਿਹਾ। ਠੀਕ ਹੈ। ਕੀਰਤੀ ਜੀ, ਤੁਸੀਂ ਸੁਣਿਆ ਹੋਵੇਗਾ ਲਾਸਟ ਕਾਲਰ ਜਿਹੜੇ ਸੀ ਉਹਨਾਂ ਨੇ ਦੱਸਿਆ ਕਿਵੇਂ ਉਹਨਾਂ ਦਾ ਪੈਸਾ ਫਸਿਆ ਔਰ ਬਾਅਦ ਵਿੱਚ ਕੰਜ਼ਿਊਮਰ ਕੋਰਟ ਦੇ ਵਿੱਚ ਹੋ ਗਏ। ਇਹਨਾਂ ਕੇਸਿਸ ਦੇ ਵਿੱਚ ਕੀ ਹੋਵੇ ਅੱਗੇ, ਜਾਂ ਜਲਦੀ ਇਹਨਾਂ ਨੂੰ ਇਨਸਾਫ ਮਿਲੇ? ਸੋ ਕੀ ਹੋ ਸਕਦਾ ਹੈ? कि कंज्यूमर कोर्ट के केसेस भी एज सच सिविल मैटर में ही जाने जाएंगे और ऑनरेबल सुप्रीम कोर्ट ने जो अभी ये जजमेंट पास की है ये सिविल मैटर्स के लिए ही बेसिकली की है जी। तो सिविल मैटर्स के लिए जितने भी सिविल मैटर्स हैं, जिस भी तरह के आपके कोई भी जिसको बोलते हैं हिंदी में दीवानी वाद, तो उसमें ये सारी गाइडलाइंस लागू होंगी। अब डिले क्यों हो रहा है इसमें कि वकील डेट ले लेता है या फिर उस दिन कुछ हियरिंग नहीं हुई या आपका मैटर जो है वो पहुंचा नहीं, आपका जो सीरियल नंबर पहुंचा नहीं, इस वजह से हो गया, डेट पड़ गई, तो उन्हीं सब चीजों को कवर करने के लिए ऑनरेबल सुप्रीम कोर्ट ने प्रॉपर डिस्कस किया है। उन्होंने भी यही डिस्कस किया है कि क्यों ऐसा हो रहा है। उनके सामने भी ये मैटर आया कि 43 इयर्स का डिले हो गया था, बिल्कुल वो भी एक प्रॉपर्टी का मैटर था, सिविल मैटर था। तो कोर्ट ने देखा कि 43 इयर्स यानी कि कितनी डेट्स इसमें केस में पड़ी हैं। तो उन्होंने जब पूरा इसमें डिटेल डिस्कशन किया तब उन्होंने देखा कि एडजर्नमेंट्स काफी पड़ी इसके अंदर, बहुत सारी डेट्स ली गई जिन डेट्स पर कुछ भी कार्रवाई नहीं हुई जी। इसीलिए ऑनरेबल सुप्रीम कोर्ट ने ये जजमेंट दी कि अगर कोई वकील एडजर्नमेंट डालता है तो वो प्रॉपर कोई रीजन होना चाहिए तो ही उस पर कोर्ट एडजर्नमेंट अलाउ करेगी, अदरवाइज एडजर्नमेंट नहीं मिलेगी और डे टू डे बेसिस पर हियरिंग होगी। तो जैसा कि अभी लास्ट कॉलर ने कहा कि उनका कंज्यूमर का मैटर भी इस तरह से डिले हुआ, तो अगर अब से ये सुप्रीम कोर्ट की जजमेंट जो है वो सभी तालुका और डिस्ट्रिक्ट लेवल्स के कोर्ट्स को फॉलो करनी है तो उस हिसाब से उन्हें डे टू डे बेसिस पर हियरिंग करनी है। जी ਕੀਰਤੀ, ਜਿਵੇਂ ਕਿ ਤੁਹਾਨੂੰ ਪਤਾ ਹੈ 5 ਕਰੋੜ ਦੇ ਕਰੀਬ ਇਹ ਕੇਸਿਸ ਹੈ ਜਿਹੜੇ ਪੈਂਡਿੰਗ, ਉਸ ਵਿੱਚ ਅੰਡਰ ਟਰਾਇਲ ਵੀ ਕੇਸਿਸ ਹੋਣਗੇ। ਤੁਹਾਨੂੰ ਨਹੀਂ ਲੱਗਦਾ ਮਨੁੱਖੀ ਅਧਿਕਾਰਾਂ ਦੀ ਵਾਇਲੈਂਸ ਹੁੰਦੀ ਹੈ? ਕਿਉਂਕਿ ਕਈ ਸਾਲ ਤਾਂ ਉਹ ਜੇਲ੍ਹਾਂ ਦੇ ਵਿੱਚ ਹੀ ਬੰਦ ਹੁੰਦੇ ਨੇ ਔਰ ਜਦੋਂ ਤੱਕ ਉਹਨਾਂ ਦੀਆਂ ਤਰੀਕਾਂ ਆਉਂਦੀਆਂ ਨੇ ਉਦੋਂ ਤੱਕ ਕਈ ਸਮਾਂ ਲੱਗ ਜਾਂਦਾ, ਉਹਦੇ ਵਿੱਚ ਕਈ निर्दोष भी ਹੁੰਦੇ ਨੇ। बिल्कुल, ये तो बहुत ही बड़ा मुद्दा है हमारे देश में अंडर ट्रायल्स का। आपने अभी रिसेंटली एक केस भी सुना होगा उत्तर प्रदेश का, जिसमें एक कितने सालों तक वो जेल में बंद रहा, उसके ऊपर रेप का केस चला और बाद में उसका एक्विटल हो गया। बिल्कुल, कितने साल उसके जीवन के बर्बाद हो गए, क्यों? बिकॉज ऑफ डिले इन जस्टिस। अगर ट्रायल कोर्ट में जल्दी मैटर चला होता, उसके बाद जो है जजमेंट जल्दी आई होती, तो वो व्यक्ति के इतने जीवन के जो साल है वो वेस्ट नहीं होते। उसकी इतनी जिंदगी को कौन लौटाएगा? उसके जीवन के जो इतने साल जेल में गए उसको कौन लौटाएगा? तो ये सिर्फ एक व्यक्ति की कहानी नहीं है, ऐसे बहुत सारे अंडर ट्रायल हैं जिनका केस कोर्ट में पेंडिंग पड़ा हुआ है और वो जेल में है और उनकी सुनवाई नहीं हो रही है। और इसीलिए सबसे ज्यादा इम्पोर्टेंट देखो, अगर आप देखें कि सिविल मैटर से भी ज्यादा इम्पोर्टेंट है अंडर ट्रायल्स का मैटर, बिकॉज सिविल मैटर्स तो फिर भी आपके जो है वो प्रॉपर्टी मैटर्स या पैसों के लेन देन के मैटर्स हो सकते हैं, लेकिन एक व्यक्ति जो जेल में बंद है उसके तो जीवन के कितने जो कीमती जो उसका जीवन है वो जेल में जा रहा है और बाद में जाके अगर वो एक्विट हो जाता है तो वो जो नंबर ऑफ इयर्स उसने जेल में बिताया वो कौन लौटा सकता है? नोबडी कैन रिटर्न दैट, कोई भी वो लौटा नहीं सकता। तो अंडर ट्रायल्स का मुद्दा तो बहुत बड़ा है और काफी बार ऑनरेबल सुप्रीम कोर्ट ने इसके ऊपर बात भी की है। ऑनरेबल हमारे जो चीफ जस्टिस हैं ऑनरेबल चंद्रचूड़ साहब, उन्होंने भी अभी रिसेंटली ये बात उठाई है कि अंडर ट्रायल्स का हमारे देश में बहुत बड़ा मुद्दा है और वो सॉल्व होना चाहिए। और इसके लिए सिर्फ एक एजेंसी नहीं, यानी कि लोअर कोर्ट से लेकर सुप्रीम कोर्ट तक सभी कोर्ट्स को इसमें बहुत विजिलेंट होना पड़ेगा। हर स्टेट के हाई कोर्ट से देखना चाहिए कि हमारे स्टेट में कितने अंडर ट्रायल्स हैं, उनका जो केस पेंडिंग है वो किस वजह से पेंडिंग है, उनके केस में क्यों पेंडेंसी है, क्या उनको कोई लीगल एड की कमी है या फिर कोई लॉयर उनको अवेलेबल नहीं हो रहा है या फिर कोई और रीजन है। वो सब रीजन स्टडी करने चाहिए और हर स्टेट की हाई कोर्ट में एक कमेटी बिठानी चाहिए जो कि अंडर ट्रायल्स के लिए स्पेशल हो। कई बार ऐसा भी होता है कि जेल में है आरोपी
और उनकी बेल हो गई है, लेकिन उनको बेल बॉन्ड भरने वाला कोई नहीं है, इस वजह से वो जेल में है। ये भी एक बहुत बड़ा इशू है। अभी रिसेंटली ऑनरेबल चीफ जस्टिस ने डिस्कस भी किया था। तो मुझे लगता है कि सिर्फ और सिर्फ जो अभी ये गाइडलाइंस आई है ऑनरेबल सुप्रीम कोर्ट की, सिर्फ इतना ही काफी नहीं है, बल्कि इन जजमेंट्स की जो एप्लीकेशन है, वो एप्लीकेशन होने के साथ साथ अंडर ट्रायल्स का जो इशू है वो सेपरेटली डील होना चाहिए। बिल्कुल कीर्ति जी, एक चीज़ पूछना चाहांगी क्योंकि अक्सर देखा गया लोअर कोर्ट ਦੇ ਵਿੱਚ ਤੋਂ ਬਾਅਦ ਹਾਈ ਕੋਰਟ 'ਚ ਕੇਸ ਜਾਂਦਾ, ਜਿਹੜੇ ਅਮੀਰ ਲੋਕੀ ਹੁੰਦੇ ਨੇ ਉਹਨਾਂ ਨੂੰ ਬੇਲ ਵੀ ਬੜੀ ਛੇਤੀ ਮਿਲ ਜਾਂਦੀ ਹੈ, ਸੋ ਅੱਗੇ ਮਹਿੰਗੇ ਵਕੀਲ ਵੀ ਕਰ ਲੈਂਦੇ ਨੇ। ਬਟ ਜਿਹੜਾ ਆਮ ਇਨਸਾਨ ਆ, ਆਮ ਵਿਅਕਤੀ ਹੈ, ਕੋਈ ਗਰੀਬ ਤਬਕੇ ਵਾਲਾ ਇਨਸਾਨ ਹੈ, ਸੋ ਉਹ ਨਾ ਤਾਂ ਮਹਿੰਗੇ ਵਕੀਲ ਕਰ ਸਕਦੇ ਨੇ, ਨਾ ਕਿ ਉਹ ਹਾਈ ਕੋਰਟ ਤੱਕ ਅਪਰੋਚ ਕਰ ਸਕਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਤੁਹਾਨੂੰ ਲੱਗਦਾ ਕਿ ਕਾਨੂੰਨ, ਮਾਫ ਕਰਨਾ ਇਹ ਕਹਿਣਾ ਤਾਂ ਨਹੀਂ ਚਾਹੀਦਾ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਾ ਇਨਸਾਫੀ ਉਹਨਾਂ ਲੋਕਾਂ ਦੇ ਲਈ ਵੀ ਹੈ ਜਿਹੜੇ ਮਹਿੰਗੇ ਵਕੀਲ नहीं कर सकते, जिन्होंने जमानत नहीं मिलती, उन्होंने भी बड़िया लंबिया तरीका मिल जाती हैं, पर कोई VIP प्रोफाइल का केसेस हो, जिदा ही केस सामने आता तो झट ही उन्होंने जमानत दी होर कार्रवाइयां पैणियां शुरू हो जाती ने। जी देखिए, होना तो नहीं चाहिए, बिल्कुल एग्जैक्टली नहीं होना चाहिए, बिकॉज कानून के लिए कोई भी छोटा बड़ा नहीं होना चाहिए। अगर कानून छोटा बड़ा के बीच में फर्क करने लग गया, गरीब अमीर के बीच में फर्क करने लग गया, तो कानून का मतलब ही नहीं रह गया। और जस्टिस का मतलब क्या है? जो कि सबके लिए समान हो। हमारा कॉन्स्टिट्यूशन कहता है इक्वल जस्टिस फॉर ऑल। इसमें कोई भेदभाव नहीं होना चाहिए कि कौन गरीब है कौन अमीर है। और मैं आपको ये बताना चाहती हूँ कि हमारे देश में लीगल एड का प्रोविजन है जी, कि जो वकील नहीं कर सकते हैं, जो कोई गरीब इंसान है या कोई व्यक्ति है जो कि वकील हायर नहीं कर सकता है, तो उसके लिए प्रोविजन है हमारे लॉ में कि आप एक एप्लीकेशन अगर देते हैं कोर्ट में या फिर डिस्ट्रिक्ट लीगल सर्विसेज अथॉरिटी के पास में कि मुझे वकील चाहिए, मैं वकील खुद नहीं कर सकता हूं, तो कोर्ट आपको वकील करके देगी। और बिना वकील के आप अगर कोई केस, आपके ऊपर कोई केस चल रहा है और आपके पास कोई वकील नहीं है, तो वो आपके लिए एक इनजस्टिस है। अभी रिसेंटली 4 दिन पहले ऑनरेबल सुप्रीम कोर्ट ने एक जजमेंट दी है जिसमें एक मर्डर केस का एक एक्यूज जिसको की सजा सुना दी गई, उसकी सजा को कोर्ट ने सेट असाइड कर दिया है इस रीजन पर कि उसको प्रॉपर लीगल एड नहीं मिली। ये अभी 4 दिन पहले की ऑनरेबल सुप्रीम कोर्ट की जजमेंट है। बिल्कुल जो तुसी क्या कीर्ति जी, बिल्कुल ठीक है। ਤੁਹਾਨੂੰ ਪਤਾ ਭ੍ਰਿਸ਼ਟਾਚਾਰੀ ਹਰ ਪਾਸੇ ਚੱਲਦੀ ਹੈ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਹਰ ਕੋਈ ਵਿਕਿਆ ਹੋਇਆ, ਪਰ ਇੱਕ ਗੱਲ ਹੈ, ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਕਈ ਵਾਰੀ ਸਰਕਾਰੀ ਵਕੀਲ ਕੀਤਾ ਜਾਂ ਕੁਝ ਵੀ ਇਦਾਂ ਦੀ ਗੱਲ ਹੋਵੇ ਤਾਂ ਇਨਸਾਫ ਮਿਲਣ ਦੇ ਵਿੱਚ ਦੇਰੀ ਹੁੰਦੀ ਹੈ। ਕਈ ਵਾਰੀ ਸਾਹਮਣੇ ਪਾਰਟੀ ਬਹੁਤ ਅਮੀਰ ਹੁੰਦੀ ਹੈ। ਪਰ ਇੱਕ ਗੱਲ ਤੁਸੀਂ ਦੱਸੋ ਕਿ ਭਾਰਤ ਦੇ ਦੇਖਿਆ ਜਾਵੇ ਹਾਈ ਕੋਰਟ ਦੇ ਵਿੱਚ, ਭਾਰਤੀ ਹਾਈ ਕੋਰਟਸ ਜਿੰਨੇ ਵੀ ਨੇ, 11% ਮਹਿਲਾਵਾਂ ਜੱਜ ਨੇ। ਸੋ ਬਹੁਤ ਘੱਟ ਗਿਣਤੀ, ਬਹੁਤ ਘੱਟ ਆંકੜਾ ਹੈ। ਸੋ ਇੱਕ ਵਿਅਕਤੀ ਜਿਹੜਾ ਮੇਲ ਹੋਵੇ ਉਸਦੇ ਸੋਚਣ ਦੇ ਵਿੱਚ ਜਾਂ ਦੂਸਰੀ ਫੀਮੇਲ ਉਸਦੇ ਸੋਚਣ ਦੇ ਵਿੱਚ, ਦੋਨਾਂ ਦੇ ਵਿੱਚ ਫਰਕ ਹੈ ਜਦੋਂ ਸਾਹਮਣੇ ਆਪੋਜ਼ਿਟ ਜੈਂਡਰ ਹੋਵੇ। ਸੋ ਜਜਮੈਂਟ ਦੇ ਵਿੱਚ ਫਰਕ ਆਉਂਦਾ ਹੈ। ਸੋ ਤੁਹਾਨੂੰ ਲੱਗਦਾ ਕਿ ਮਹਿਲਾ ਜੱਜ ਦੀ ਗਿਣਤੀ ਵਧਣੀ ਚਾਹੀਦੀ है? देखिए, जब कोई वैसे तो मैं आपको एक बात बताती हूँ कि जब भी कोई जज बनता है, जब भी कोई ओथ लेता है एज अ जज, तो उसने महिला और पुरुष इस सब चीजों से ऊपर उठ के ही सोचना चाहिए। लेकिन प्रैक्टिकली तो ह्यूमन बीइंग्स है सभी लोग, थोड़ा बहुत इफेक्ट तो आता ही है। अगर एक लेडी जज है और एक पुरुष जज है, आप कितना भी ओथ लेने के बाद कहें कि फर्क नहीं होना चाहिए, लेकिन एक ह्यूमन माइंड है, थोड़ा बहुत आ सकता है। तो उस दृष्टि से अगर आप देखा जाए तो होने चाहिए, मतलब वुमेन जजेस और बढ़ने चाहिए। जैसे कि कई बार क्या होता है कि स्पेसिफिक को कहा जाता है कि वुमेन जज ही स्पेसिफिकली वो केस सुने, लेकिन वुमेन जजेस की क्वांटिटी ही इतनी कम है। और ये बहुत अच्छी आपने बात उठाई है कि हमारे देश में वुमेन जजेस की क्वांटिटी और बढ़नी चाहिए। बिल्कुल, बहुत सारे इसके पीछे रीजन है, सिर्फ यही रीजन नहीं बल्कि बहुत सारे रीजन के लिए भी ये बहुत जरूरी है कि वुमेन जजेस की क्वांटिटी बढ़नी ही चाहिए। ठीक है कीर्ति जी, दर्शक एक बार फिर तो साडे नाल राबता उन्होंने कायम किया हुआ, उन्होंने जोड़ लेने अपने नाल। सत श्री अकाल जी। हाँ जी, सत श्री अकाल। कितों बोल रहे हो जी? सत श्री अकाल जी। सत श्री अकाल जी, मैं कैनेडा तो बोल रहे हैं जी। की कहना चाਹੁੰਦੇ ਹੋ? देखो, सब तो ਜਿਹੜੀ ਵੱਡੀ ਗੱਲ ਹੈ ਜੀ, ਸਭ ਤੋਂ ਵੱਡੀ ਮੁਸੀਬਤ ਹੈ ਸਾਡੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ, ਜਿਹੜਾ ਸਾਡਾ ਸੰਵਿਧਾਨ ਜਦੋਂ ਦਾ ਬਣਿਆ ਹੈ, ਇਹਦੇ ਸੰਵਿਧਾਨ 'ਚ ਸੋਧਾਂ ਬਹੁਤ ਘੱਟ ਹੁੰਦੀਆਂ ਹੀ ਨਹੀਂ, ਬਲਕਿ ਜੋ ਹੁੰਦੀਆਂ ਤੇ ਮਾਮੂਲੀ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਫਾਇਦਿਆਂ ਲਈ ਸੋਧਾਂ ਕਰ ਜਾਂਦੇ ਨੇ। ਬਿਲਕੁਲ, ਮੈਡਮ ਨੇ ਬਹੁਤ ਵਧੀਆ ਗੱਲ ਕਹੀ ਲੇਡੀਜ਼ ਦਾ। ਇਹਦੇ ਵਾਸਤੇ ਲੇਡੀਜ਼ ਵਾਸਤੇ ਵੀ
ਜਿਹੜੀਆਂ ਕੋਰਟਾਂ ਨੇ ਲੇਡੀਜ਼ ਜੱਜ ਹੋਣੀਆਂ ਚਾਹੀਦੀਆਂ ਤੇ ਲੇਡੀਜ਼ ਦੇ ਮਸਲੇ ਸਾਰੇ ਉਹਨਾਂ ਕੋਰਟਾਂ ਵਿੱਚ ਹੀ ਜਾਣੇ ਚਾਹੀਦੇ ਆ, ਬਲਕਿ ਜੈਂਟਸ ਦੇ ਕੋਰਟਾਂ ਵਿੱਚ ਨਹੀਂ। ਬਿਲਕੁਲ ਇੱਕ ਸੰਵਿਧਾਨਕ ਸਾਡੇ ਮੁਲਕ ਦੇ ਵਿੱਚ ਸੰਵਿਧਾਨ ਦੀ ਜਿਹੜੀ ਸੋਧ ਹੈ ਹਰ 5 ਸਾਲ ਕਰਨੀ ਬਹੁਤ ਜ਼ਰੂਰੀ ਹੈ। ਜਿਹੜਾ ਪ੍ਰੈਜ਼ੈਂਟ ਸਮਾਂ ਚੱਲ ਰਿਹਾ, ਜਿਹੜਾ ਪ੍ਰੈਜ਼ੈਂਟ ਵਕਤ ਚੱਲਦਾ ਹੈ, ਉਹਦੇ ਮੁਤਾਬਕ ਜਿਹੜੀਆਂ ਮੁਸੀਬਤਾਂ, ਜਿਹੜੇ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਦੇ ਹੱਲ ਲੱਭ ਕੇ ਤੇ ਸੰਵਿਧਾਨ ਉਸ ਤਰੀਕੇ ਨਾਲ ਤਿਆਰ ਕਰ ਦੇਣਾ ਚਾਹੀਦਾ, ਬਦਲ ਦੇਣਾ ਚਾਹੀਦਾ। ਪਰ ਜਦੋਂ ਸੰਵਿਧਾਨ ਸਾਡਾ ਬਣਿਆ, ਉਹ ਵੀ ਸਾਡੀ ਗੁਲਾਮੀ ਵਾਲਾ ਸੰਵਿਧਾਨ ਜਿਹੜਾ ਬਣਿਆ ਸੀ, ਪਹਿਲਾਂ ਅੰਗਰੇਜ਼ਾਂ ਨੇ ਜਿਹੜੇ ਬਣਾਏ ਸੀਗੇ, ਉਹਨੂੰ ਮਾੜੀਆਂ ਮੋਟੀਆਂ ਸੋਧਾਂ ਦੇ ਕੇ ਤਕਰੀਬਨ ਉਹਦਾ ਪੈਟਰਨ ਉਹੀ ਰੱਖਿਆ ਗਿਆ। ਉਸੇ ਪੈਟਰਨ ਤੇ ਹੀ ਅਸੀਂ ਹੁਣ ਤੱਕ ਚੱਲਦੇ ਪਏ ਹਾਂ। ਦਿਸ ਇਜ਼ ਦੀ ਕਾਰਨ ਜਿਹੜੇ ਪੈਂਡਿੰਗ ਮਾਮਲੇ ਵੱਧਦੇ ਆ। ਜਿਹੜੇ ਕ੍ਰਿਮੀਨਲ ਬੰਦੇ ਨੇ, ਕ੍ਰਾਈਮ ਜਿਹੜੇ ਕਰਦੇ ਨੇ, ਉਹ ਹਮੇਸ਼ਾ ਹੀ ਬਚਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਵੀ ਪਤਾ ਹੁੰਦਾ ਅਸੀਂ ਕ੍ਰਾਈਮ ਕੀਤਾ ਹੈ, ਉਹ ਕੀ ਕਰਦੇ ਨੇ, ਫਿਰ ਕੋਰਟਾਂ ਦੇ ਵਿੱਚ ਕੇਸ ਪੈਂਡਿੰਗ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ। ਰੀਡਰਾਂ ਨਾਲ ਮਿਲ ਰਿਹਾ, ਜੱਜਾਂ ਨਾਲ ਮਿਲ ਰਿਹਾ, ਓਪੋਜੀਸ਼ਨ ਦੇ ਵਕੀਲਾਂ ਨਾਲ ਮਿਲ ਲਿਆ, ਕਰ ਕੇ ਜਾਣ ਕੇ ਕੇਸਾਂ ਨੂੰ ਲੰਬਾ ਲਟਕਾ ਕੇ ਲੈ ਜਾਂਦੇ ਆ। ਇਸ ਕਰਕੇ ਸੰਵਿਧਾਨਕ ਸੋਧ ਦੀ ਬਹੁਤ ज्यादा जरूरत है। बिल्कुल बदलाव हर चीज ਲਈ ਜ਼ਰੂਰੀ ਹੈ। ਬਿਲਕੁਲ ਬਦਲਾਵ ਹਰ ਚੀਜ਼ ਦੇ ਲਈ ਜ਼ਰੂਰੀ ਹੈ। ਸ਼ੁਕਰੀਆ ਆਪਣੀ ਗੱਲ ਰੱਖਣ ਦੇ ਲਈ। ਜਿਵੇਂ 5 ਸਾਲ ਬਾਅਦ ਅਸੀਂ ਕਹਿੰਦੇ ਸਰਕਾਰ ਬਦਲੇ, ਇਸ ਤਰ੍ਹਾਂ ਸੰਵਿਧਾਨ ਵੀ 5 ਸਾਲ ਬਾਅਦ ਸੋਧਿਆ ਜਾਣਾ ਚਾਹੀਦਾ ਤਾਂ ਸਾਡੇ ਮੁਲਕ ਚ ਕਾਰਗੁਜ਼ਾਰੀ ਸਹੀ ਹੋਊਗੀ ਅਦਾਲਤਾਂ ਦੀ। ਨਹੀਂ ਤਾਂ ਕੰਮ ਇਦਾਂ ਚੱਲੀ ਆ ਰਿਹਾ, ਇਦਾਂ ਹੀ ਚੱਲੀ ਜਾਣਾ। ਸ਼ੁਕਰੀਆ ਆਪਣੇ ਵਿਚਾਰ ਰੱਖਣ ਦੇ ਲਈ। ਸ਼ੁਕਰੀਆ। ਸੋ ਬਦਲਾਵ ਹਰ ਚੀਜ਼ ਦੇ ਲਈ ਜ਼ਰੂਰੀ ਹੈ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਮ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ? मैं जसवीर बठिंडा बोल रही हूँ जी। हाँ जी जसवीर जी, की कहना चाहते हैं? मैम अदा से मेरा ना 2004 ਵਿੱਚ ਐਕਸੀਡੈਂਟ ਹੋਇਆ ਸੀ ਜੀ, ਤੇ ਦੇਖੋ ਹੁਣ 2023 ਚੱਲ ਰਿਹਾ ਹੈ। ਅਸੀਂ ਕੀਤਾ ਹੋਇਆ ਕੇਸ, ਇਸ ਦਾ ਕੋਈ ਰਿਜ਼ਲਟ ਨਹੀਂ, ਕੋਈ ਇਨਸਾਫ ਨਹੀਂ ਮਿਲਿਆ ਹੈ। ਦੇਖੋ ਉਸ ਟਾਈਮ ਮੇਰੀ 23 ਸਾਲ ਦੀ ਉਮਰ ਸੀ, ਠੀਕ ਹੈ, ਤੇ ਮਿਲਟਰੀ ਵਾਲੇ ਟਰੱਕ ਨਾਲ ਹੋਇਆ ਸੀ, ਤੇ ਹੁਣ ਦੇਖੋ 40 ਸਾਲ ਦੀ ਹੋ ਗਈ, ਹਾਲੇ ਤੱਕ ਕਲੇਮ ਕੇਸ ਕੀਤਾ ਹੋਇਆ, ਕੋਈ ਰਿਜ਼ਲਟ ਨਹੀਂ ਆਇਆ, ਕੁਝ ਨਹੀਂ ਹੋ ਰਿਹਾ। ਬਿਲਕੁਲ ਹਾਈ ਕੋਰਟ ਕੀਤਾ ਹੋਇਆ। ਹਾਂਜੀ ਬਿਲਕੁਲ ਇਹੋ ਕਾਰਨ ਹੈ ਸ਼ਾਇਦ ਕਾਨੂੰਨ ਦੇ ਉੱਤੇ ਵਿਸ਼ਵਾਸ ਜਿਹੜਾ ਲੋਕਾਂ ਦਾ ਬਹੁਤ ਘੱਟ ਹੋਇਆ। ਸ਼ੁਕਰੀਆ ਆਪਣੀ ਗੱਲ ਰੱਖਣ ਲਈ। ਹਾਂਜੀ, ਇੱਕ ਹੋਰ ਕਾਲਰ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਕੀਰਤੀ ਜੀ, ਤੁਸੀਂ ਜਿਵੇਂ ਕਿ ਦੇਖਿਆ, ਸੋ ਬਹੁਤ ਸਾਰੇ ਸਾਲ ਬੀਤ ਗਏ ਇਨਸਾਫ ਲੈਣ ਦੇ ਲਈ। ਕਈ ਲੋਕਾਂ ਦੇ ਕੇਸ ਜਿਹੜੇ ਲੱਗੇ ਹੋਏ ਨੇ, ਸੁਣਵਾਈਆਂ ਪਈਆਂ ਜਾ ਰਹੀਆਂ ਨੇ, ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਹੱਲ ਨਹੀਂ ਲੱਭਾ। ਤਾਂ ਅੰਤ ਕੀ ਹੁੰਦਾ? ਬੰਦਾ ਥੱਕ ਜਾਂਦਾ, ਕਈ ਵਾਰ ਤਾਂ ਬੰਦਾ ਮਰ ਵੀ ਜਾਂਦਾ, ਇਸ ਦੁਨੀਆ ਤੋਂ ਹੀ ਰੁਖਸਤ ਹੋ ਜਾਂਦਾ, ਪਰ ਕੋਈ ਵੀ ਉਸਦਾ ਸੋਲੂਸ਼ਨ ਨਹੀਂ ਨਿਕਲਦਾ। ਇੱਕ ਆਖਰੀ ਸਵਾਲ ਕੀਰਤੀ ਤੁਹਾਡੇ ਕੋਲੋਂ ਲੈਣਾ ਚਾਹਾਂਗੀ, ਕਿਉਂਕਿ ਸਮੇਂ ਦੀ ਸਾਡੇ ਕੋਲ ਘਾਟ ਹੈ। ਕੀਰਤੀ, ਜਿਵੇਂ ਕਿ ਦੇਖਿਆ ਕਿ ਟੈਕਨੋਲੋਜੀ ਬਹੁਤ ਅੱਗੇ ਵੱਧ ਗਈ ਹੈ, ਹਰ ਚੀਜ਼ ਦੇ ਲਈ ਇੱਕ ਸੋਲੂਸ਼ਨ ਹੈ। ਜੇਕਰ ਅਸੀਂ ਟੈਕਨੋਲੋਜੀ ਦੀ ਮਦਦ ਲਈਏ, AI ਦੀ ਮਦਦ ਲਈਏ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲਈਏ, ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੁਝ ਫਰਕ ਪਵੇਗਾ, ਕੁਝ ਜਲਦਬਾਜ਼ੀ ਦੇ ਵਿੱਚ ਕੁਝ ਜਲਦੀ ਕੇਸਿਸ ਦਾ ਨਿਪਟਾਰਾ ਹੋਏਗਾ? हेलो, आपकी आवाज नहीं आई है। हाँ जी कीर्ति, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? अब आ रही है। हाँ जी कीर्ति, जिवें कि ਤੁਹਾਨੂੰ ਟੈਕਨੋਲੋਜੀ ਬਹੁਤ ਜ਼ਿਆਦਾ ਅੱਗੇ ਨਿਕਲ ਗਈ ਹੈ। ਜੇਕਰ ਟੈਕਨੋਲੋਜੀ ਦੀ ਮਦਦ ਲਿੱਤੀ ਜਾਵੇ, AI ਦੀ ਮਦਦ ਦਿੱਤੀ ਜਾਵੇ, ਉਹਦੇ ਨਾਲ ਲੱਗਦਾ ਕਿ ਜਲਦੀ ਫਾਸਟ ਟਰੈਕ ਦੇ ਉੱਤੇ ਕੇਸਿਸ ਜਿਹੜੇ ਨੇ, ਜਿਹੜੇ ਪੈਂਡਿੰਗ ਨੇ, ਉਹ ਸੋਲਵ ਹੋ ਪਾਣਗੇ। ਐਦਾਂ ਕੁਝ ਹੋ ਸਕਦਾ ਹੈ? जी बिल्कुल, बिल्कुल उसमें मदद मिलेगी। जैसा कि अभी हमारे देश में सुप्रीम कोर्ट में वर्चुअल हियरिंग चल रही है जी, उससे बहुत फर्क पड़ा है। क्योंकि कई बार क्या होता है कि कोई लॉयर अगर नहीं पहुंच पाता है तो वो VC से ज्वाइन कर सकता है वर्चुअल हियरिंग से। अगर यही चीज लोअर कोर्ट्स में भी होने लग जाए, लाइक इन डिस्ट्रिक्ट कोर्ट्स में भी अगर वर्चुअल हियरिंग से वकीलों को अलाउड किया जाए, तो कभी कभी जो डिले का कारण होता है वो ये भी होता है कि वकील पहुंच नहीं पाया, तो वो डिले तो सॉल्व हो सकता है। सेकेंडली, आप जो भी एविडेंस रिकॉर्ड करते हैं, जो भी किसी विटनेस का एविडेंस रिकॉर्ड करते हैं, उसमें भी AI बहुत मदद कर सकता है, उसमें स्पीडी एविडेंस रिकॉर्ड करने में, उसके बाद से जजमेंट को रिकॉर्ड करने में। तो AI काफी जगहों पर हेल्प कर सकता है स्पीडी डिलीवरी ऑफ जस्टिस में। और मुझे लगता है कि आने वाले दिनों में ये जरूर होगा कि डिस्ट्रिक्ट लेवल्स पर भी वर्चुअल हियरिंग और एविडेंस को भी वर्चुअली रिकॉर्ड करना और AI की हेल्प लेना ये जरूर शुरू होगा, और मुझे लगता है उससे काफी प्रभाव आएगा। जी बिल्कुल कीर्ति, बहुत सारिया गल्लां अज कीतियां। सो हो सकता है कि ये बदलाव जेकर आन ते बदलाव तो बाद थोड़ा इंसाफ जल्दी मिले, इंसाफ की उड़ीक तो है। सो उम्मीद भी करते हैं कि कुछ सुप्रीम कोर्ट दी गाइडलाइनस तो बाद कुछ सुधार जरूर देखने को मिलेगा। शुक्रिया कीर्ति आहूजा साडे नाल इस प्रोग्राम दे विच बने रहने लई। सो बहुत कोई तारीख ते हुण इंसाफ की आस, थोड़ी जल्दबाजी या जल्दी दे विच जरूर हो सकती है कि जल्दी इंसाफ मिले जेकर सुप्रीम कोर्ट के आदेश सामने आउंदे ने। सो इस प्रोग्राम दे विच बस इन्ना ही। दो इजाजत, बने रहो डेली पोस्ट पंजाब, हरियाणा, हिमाचल दे नाल। धन्यवाद।